मोती सितारे फुल वे मुट्ठी मेरी विच कुल वे पर बिन तेरे किस मुल वे मेरी जिंद ਦੋਸਤੋ ਅੱਜ ਅਸੀਂ ਪੰਜਾਬੀ ਦੇ ਮਹਿਬੂਬ ਗਜ਼ਲ ਗੋ ਵਿਜੇ ਵਿਵੇਕ ਹੋਣਾ ਦੇ ਘਰ ਆਏ ਹਾਂ ਔਰ ਤੁਸੀਂ ਜਾਣਦੇ ਹੋ ਕਿ ਉਹਨਾਂ ਦੀ ਤਬੀਅਤ ਕਿੰਨੀ ਸ਼ਾਇਰਾਨਾ ਆ ਤੇ ਕਿ ਉਹਨਾਂ ਦਾ ਗਜ਼ਲ ਵਿੱਚ ਇੱਕ ਬੜਾ ਉੱਚਾ ਮੁਕਾਮ ਆ। ਤੇ ਚੱਪਾ ਕਪੂਰਬ ਉਹਨਾਂ ਦੀ ਪਹਿਲੀ ਕਿਤਾਬ ਆਈ ਸੀ, ਪਰ ਮੈਂ ਸਮਝਦਾ ਹਾਂ ਕਿ ਵਿਜੇ ਵਿਵੇਕ ਕਿਤਾਬ ਦੇ ਮੁਹਤਾਜ ਨਹੀਂ, ਇਹ ਬੇਕਿਤਾਬੇ ਸ਼ਾਇਰ ਨੇ ਜਿਹੜੇ ਕਿਤਾਬਾਂ 'ਚ ਨਹੀਂ ਵੱਜਦੇ। ਤੇ ਕਿਤਾਬ ਆਉਣ ਤੋਂ ਪਹਿਲਾਂ ਹੀ ਇੱਕ ਉਹਨਾਂ ਨੂੰ ਮਾਨਤਾ ਪ੍ਰਾਪਤ ਹੋ ਜਾਂਦੀ ਹੈ ਪੰਜਾਬੀ ਸ਼ਾਇਰੀ 'ਚ। ਤੇ ਵਿਜੇ ਵਿਵੇਕ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਆ ਸੁਖਨ ਲੋਕ ਵਿੱਚ। ਤੇ ਪਹਿਲੀ ਗੱਲ ਤੋਂ ਅਸੀਂ ਸ਼ੁਰੂ ਇਹ ਕਰਨਾ ਚਾਹੁੰਦੇ ਹਾਂ ਕਿ ਗਜ਼ਲਾਂ ਤਾਂ ਲੋਕ ਤੁਹਾਡੀਆਂ ਪੜ੍ਹਦੇ ਨੇ, ਪਰ ਵਿਜੇ ਵਿਵੇਕ ਕਵਿਤਾ ਬਾਰੇ ਆਪ ਕੀ ਸੋਚਦੇ ਆ ਕਿ ਕਵਿਤਾ ਕੀ ਸ਼ੈ ਹੈ? ਜੇ ਮੇਰੀ ਨਜ਼ਰ 'ਚ ਕਵਿਤਾ ਮਤਲਬ ਸੰਪੂਰਨ ਆਜ਼ਾਦੀ ਵੱਲ ਜਾਂਦਾ ਮਤਲਬ ਇੱਕ ਰਾਹ ਹੈ। ਸਾਡੇ ਜੇ ਪੁਰਾਤਨ ਸਾਰੇ ਚਿੰਤਨ ਨੂੰ ਵਾਚਿਆ ਜਾਵੇ ਤਾਂ ਪੰਜਾਬੀ ਦੇ ਜਿਹੜੇ ਸ਼ਾਇਰ ਹੋਏ ਆ ਉਹਨਾਂ ਦਾ ਮਤਲਬ ਜਿਹੜੇ ਸਾਡੇ ਤੱਕ ਹੁਣ ਤੱਕ ਪਹੁੰਚੇ, ਬਾਬਾ ਫਰੀਦ ਲੈ ਲਓ, ਗੁਰੂ ਸਾਹਿਬਾਨ ਤੋਂ ਲੈ ਕੇ ਸੂਫੀਆਂ ਤੱਕ, ਕਿੱਸਾ ਕਾਂ ਜੋ ਵੀ ਹੈਗਾ ਨਾ, ਮਤਲਬ ਉਹ ਇੱਕ ਫਕੀਰ ਲੋਕ ਸੀ ਤੇ ਉਹਨਾਂ ਨੇ ਸਾਰੀ ਆਪਣੀ ਸ਼ਾਇਰੀ ਦੇ ਵਿੱਚ ਜਿੱਥੇ ਹੋਰ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਉੱਥੇ ਨਾਲ ਇੱਕ ਮਤਲਬ ਜਿਹੜੀ ਸਾਲਵੇਸ਼ਨ ਦੀ, ਮੁਕਤੀ ਦੀ, ਸੰਪੂਰਨ ਆਜ਼ਾਦੀ ਦੀ ਵੀ ਮਤਲਬ ਗੱਲ ਕੀਤੀ ਆ। ਔਰ ਇਹ ਮੁਕਤੀ ਵੱਲ ਜਾਂਦਾ ਰਾਹ ਹੈ, ਪਰ ਨਾਲ ਮਤਲਬ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਧਿਆਨ ਰੱਖਣਾ ਪੈਂਦਾ ਵੀ ਆਪ ਮੁਕਤੀ ਮਤਲਬ ਨਹੀਂ ਹੈ। ਸੋ ਬਹੁਤ ਵਾਰੀ ਮਤਲਬ ਇਸ ਤਰ੍ਹਾਂ ਵਾਪਰਦਾ ਹੈ ਕਿ ਜਿਹੜਾ ਕਵੀ ਆ ਉਹ ਮੁਕਤੀ ਵੱਲ ਜਾਂਦਾ ਜਾਂਦਾ ਉਹ ਇਹਨੂੰ ਹੀ ਮਤਲਬ ਮੰਨ ਪੈਂਦਾ ਹੈ ਵੀ ਇਹੀ ਮਤਲਬ ਮੰਜ਼ਿਲ ਆ, ਤੇ ਉੱਥੇ ਫਿਰ ਕਈ ਵਾਰ ਸਟਕ ਕਰ ਜਾਂਦਾ, ਸਟਾਪ ਹੋ ਜਾਂਦਾ। ਮੇਰੀ ਨਜ਼ਰ 'ਚ ਮਤਲਬ ਜਾਨੀ ਕਿ ਸੰਪੂਰਨ ਜਿਹੜੀ ਮਤਲਬ ਟੋਟਲ ਐਬਸੋਲਿਊਟ ਫਰੀडम ਹੈ ਉਹਦੇ ਵੱਲ ਜਾਂਦਾ ਹੋਇਆ ਇੱਕ ਮਤਲਬ ਰਾਹ ਹੈ ਕਵਿਤਾ। ਜਿਸ ਤਰ੍ਹਾਂ ਪੰਜਾਬੀ 'ਚ ਵਿਜੇ ਵਿਵੇਕ ਜੀ ਰੁਝਾਨ ਰਿਹਾ ਕਿ ਸਮੇਂ-ਸਮੇਂ ਜੇ ਸਭ ਤੋਂ ਵੱਡੀ ਗੱਲ ਕਰੀਏ ਪੰਜਾਬੀ 'ਚ ਇੱਕ ਵਾਪਰੀ ਤਾਂ ਜਦੋਂ ਪ੍ਰਗਤੀਵਾਦ ਆਇਆ। ਪ੍ਰਗਤੀਵਾਦ ਨੇ ਮੈਨੂੰ ਲੱਗਦਾ ਕਿ ਸਾਡੇ ਆਧੁਨਿਕ ਪੰਜਾਬੀ ਸਾਹਿਤ ਦੀ ਪੂਰੀ ਦਿਸ਼ਾ ਹੀ ਬਦਲ ਦਿੱਤੀ, ਕਿ ਬੰਦੇ ਨੂੰ ਇੱਕ ਫਰੇਮਵਰਕ ਮਿਲ ਗਿਆ ਕਿ ਇਸ ਫਰੇਮਵਰਕ, ਇਸ ਦ੍ਰਿਸ਼ਟੀ ਰਾਹੀਂ, ਨਜ਼ਰੀਏ ਰਾਹੀਂ ਚੀਜ਼ਾਂ ਨੂੰ ਵੇਖਣਾ ਤੇ ਪੇਸ਼ ਕਰਨਾ। ਜੇ ਇੱਕ ਸੌਖੀ ਜਿਹੀ ਐਗਜ਼ਾਮਪਲ ਦਿਆਂ ਮੈਂ, ਸਾਡਾ ਮੋਹਨ ਸਿੰਘ ਵਰਗਾ ਜਿਹੜਾ ਕਿ ਬਹੁਤ ਪ੍ਰਗੀਤਕ ਸ਼ਾਇਰ ਸੀ, ਉਹਨੂੰ ਚੰਦ ਦਾਤੀ ਵਰਗਾ ਲੱਗਣ ਲੱਗ ਪਿਆ। ਇਹ ਮੈਨੂੰ ਲੱਗਦਾ ਕਿ ਮੋਹਨ ਸਿੰਘ ਦੇ ਆਉਣ ਨਾਲ ਪਹਿਲੀ ਵਾਰੀ ਇਸ ਤਰ੍ਹਾਂ ਦਾ ਬਿੰਬ ਆਇਆ ਕਿ ਚੰਦ ਮਾਮਾ ਜਿਹਨੂੰ ਕਹਿੰਦੇ ਸੀ, ਚੰਨ ਸੀਗਾ, ਉਹ ਦਾਤੀ ਵਰਗਾ ਲੱਗਣ ਲੱਗ ਪਿਆ। ਸਾਡੇ ਉਹ ਸਾਰੇ ਬਿੰਬ ਬਦਲ ਗਏ ਕਿ ਇਹ ਜਿਹੜੀ ਇਸ ਤਰ੍ਹਾਂ ਦੀ ਨਜ਼ਰੀਏ ਤੋਂ ਕਵਿਤਾ ਲਿਖੀ ਜਾਂਦੀ ਹੈ, ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮਤਲਬ ਜਿਹੜੀ ਪੂਰੇ ਸੰਸਾਰ ਦੀ ਜਿਹੜੀ ਰਾਜਨੀਤੀ ਹੈ ਉਹਦਾ ਹਰ ਖਿੱਤੇ ਦੀ, ਹਰ ਭਾਸ਼ਾ ਦੀ ਮਤਲਬ ਰਾਜਨੀਤੀ ਤੇ ਅਸਰ ਪੈਂਦਾ। ਤਾਂ ਜਦੋਂ ਰਾਜਨੀਤੀ ਤੇ ਕਿਸੇ ਕਿਸਮ ਦਾ ਅਸਰ ਪੈਂਦਾ ਤਾਂ ਨਾਲ ਸਾਹਿਤ ਤੇ ਮਤਲਬ ਜਾਨੀ ਕਿ ਅਸਰ ਪੈਣਾ ਵੀ ਉਹਦਾ ਲਾਜ਼ਮੀ ਆ। ਤੇ ਮੋਹਨ ਸਿੰਘ ਹੋਰਾਂ ਦੇ ਵੇਲੇ ਮਤਲਬ ਜਾਨੀ ਕਿ ਰਸ਼ੀਆ ਦੇ ਵਿੱਚ, ਚਾਈਨਾ ਦੇ ਵਿੱਚ ਇਸ ਤਰ੍ਹਾਂ ਦੇ ਮਤਲਬ ਇਨਕਲਾਬ ਜਿਹੜੇ ਉਹ ਵਾਪਰੇ ਸੀ। ਤਾਂ ਉਹਦੇ 'ਚ ਦੋ ਮਤਲਬ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਵੀ ਮਤਲਬ ਹੋਈਆਂ। ਇੱਕ ਜਿਹੜੀ ਬਹੁਤ ਪੋਜ਼ੀਟਿਵ ਗੱਲ ਹੈ ਕਿ ਉਹਨੇ ਮਤਲਬ ਜਿਹੜੇ ਸਾਡੇ ਲੋਕ ਮਤਲਬ ਜਿਹੜੇ ਇਹ ਭਰਮ ਦੇ ਵਿੱਚ, ਆਮ ਭਰਮਾਂ ਦੇ ਵਿੱਚ ਮਤਲਬ ਜਾਨੀ ਕਿ ਉਹ ਫਸੇ ਹੋਏ ਸੀ, ਜਾਂ ਆਮ ਜਿਹੜੇ ਮਤਲਬ ਜਾਨੀ ਕਿ ਟੈਬੂਜ਼ ਦੇ ਵਿੱਚ ਲੋਕ ਮਤਲਬ ਜਾਨੀ ਕਿ ਫਸੇ ਹੋਏ ਸੀ, ਜਾਂ ਧਾਰਮਿਕ ਡਰਾਂ ਦੇ ਵਿੱਚ, ਹੋਰ 100 ਤਰ੍ਹਾਂ ਦੇ ਭੂਤਾਂ ਭਤਾਣਿਆਂ ਦੇ ਚੱਕਰਾਂ ਦੇ ਵਿੱਚ ਫਸੇ, ਉਹ ਨੂੰ ਉੱਥੋਂ ਕੱਢਣ ਦੇ ਵਿੱਚ ਮਤਲਬ ਉਸ ਪ੍ਰਗਤੀਵਾਦ ਨੇ
ਸਾਡੀ ਹੈਲਪ ਵੀ ਕੀਤੀ ਆ। ਦੂਜੇ ਪਾਸੇ ਮਤਲਬ ਯਾਨੀ ਕਿ ਨੁਕਸਾਨ ਵੀ ਮਤਲਬ ਕੀਤਾ ਕਵਿਤਾ ਆਪਣੇ ਮੂਲ ਨਾਲੋਂ। ਉਹਦੇ ਬਾਰੇ ਥੋੜਾ ਜਿਹਾ ਤੁਸੀਂ ਦੱਸੋ ਕਿ ਜਿਹੜੀ ਕਵਿਤਾ ਦੀ ਮੂਲ ਜਿਹੜੀ ਇੱਕ ਸੈਂਸ ਹੁੰਦੀ ਆ ਜਾਂ ਭਾਵ ਹੁੰਦਾ ਆ, ਉਹਨੂੰ ਇੱਕ ਤਰ੍ਹਾਂ ਨਾਲ ਢਾਲ ਲੱਗੀ। ਹਾਂ ਬਿਲਕੁਲ ਬਿਲਕੁਲ। ਉਹਦੇ ਬਾਰੇ ਥੋੜਾ ਜਿਹਾ। ਉਹ ਸਾਡੀ ਜਿਹੜੀ ਮਤਲਬ ਆਮ ਪਰੰਪਰਾ ਤੁਰੀ ਜਾਂਦੀ ਸੀ ਉਹਦੇ ਚੋਂ ਮਤਲਬ ਇੱਕਦਮ ਸਾਡਾ ਜਿਹੜਾ ਚਿੰਤਨ ਹੈ ਉਹ ਮਤਲਬ ਯਾਨੀ ਕਿ ਪੱਛਮੀ ਚਿੰਤਨ ਦੇ ਮਤਲਬ ਯਾਨੀ ਕਿ ਪ੍ਰਭਾਵ ਥੱਲੇ ਮਤਲਬ ਆ ਗਿਆ। ਸਾਰਿਆਂ ਨੇ, ਮੈਂ ਵੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਲਹਿਰ ਸਾਡੀ ਮਤਲਬ ਜਿਹੜੀ ਪ੍ਰਗਤੀਵਾਦ ਤੋਂ ਬਾਅਦ ਨੈਕਸਲਾਈਟ ਮੂਵਮੈਂਟ ਦੇ ਵਿੱਚ ਜੁਝਾਰਵਾਦ ਦੀ ਚੱਲ ਰਹੀ ਸੀ, ਮੈਂ ਵੀ ਤੇ ਕਾਫੀ ਸਾਰਾ ਪ੍ਰਭਾਵਿਤ ਹੋਇਆ। ਪਰ ਪਤਾ ਨਹੀਂ ਮੇਰੇ ਅੰਦਰ ਕਿਤੇ ਮੈਨੂੰ ਇਹ ਗੱਲ ਪਈ ਸੀ ਵੀ ਮੇਰੇ ਕੋਲ ਬਹੁਤ ਮਤਲਬ ਨੈਸ਼ਨਲ ਲੈਵਲ ਦੇ ਜਿਹੜੇ ਮਤਲਬ ਯਾਨੀ ਕਾਮਰੇਸਟ ਲੀਡਰ ਜਿਵੇਂ ਸਤਨਾਮ ਸਿੰਘ ਜੰਗਲਨਾਮਾ ਮੇਰੇ ਕੋਲ ਆ ਕੇ ਮਤਲਬ ਕਾਫੀ ਮਤਲਬ ਠਹਿਰਦੇ ਰਹੇ ਆ। ਪੰਜਾਬ ਲੈਵਲ ਦੇ ਤਾਂ ਵੱਡੇ ਲੀਡਰ ਮਤਲਬ ਯਾਨੀ ਕਿ ਆ ਕੇ ਜਿਹੜੇ ਉਸ ਲਹਿਰ ਦੇ ਸੀਗੇ ਉਹ ਮੇਰੇ ਨਾਲ ਮਤਲਬ ਯਾਨੀ ਕਾਫੀ ਵਿਚਰਦੇ ਰਹੇ। ਮੈਨੂੰ ਨਾ ਯਾਨੀ ਪਤਾ ਨਹੀਂ ਕਿੱਥੇ ਜੇ ਸ਼ਾਇਦ ਮੇਰਾ ਕਵੀ ਮਨ ਇਸ ਤਰ੍ਹਾਂ ਦਾ ਸੀ ਵੀ ਮੈਂ ਉਹਦੇ ਸੈਂਫੇ ਜੇ ਧਰਿਆ, ਉਹ ਹੁਣ ਵੀ ਹੈ ਜੀ। ਪਰ ਮਤਲਬ ਜਿਹੜੀ ਮੈਂ ਉਹਦੇ ਵਿੱਚ ਉਸ ਤਰ੍ਹਾਂ ਮਤਲਬ ਯਾਨੀ ਪ੍ਰਤੀਬੱਧ ਉਹਦੇ ਨਾਲ ਨਹੀਂ ਹੋ ਸਕਿਆ। ਸ਼ਾਇਦ ਕਈ ਵਾਰੀ ਉਹਨਾਂ ਦੇ ਮਤਲਬ ਯਾਨੀ ਕਿ ਮੈਂ ਵੇਖਦਾ ਸੀ ਵੀ ਉਹ ਕਰੈਕਟਰ ਦੇ ਵਿੱਚ ਮਤਲਬ ਦੋਗਲਾਪਣ ਬੰਦੇ ਦੇ ਹੈ। ਮਾਰਕਸ ਦੀ ਫਿਲਾਸਫੀ ਨਾਲ ਵੀ ਮੈਂ ਪੜ੍ਹਿਆ, ਉਹ ਤਾਂ ਮੈਨੂੰ ਸਮਝ ਨਹੀਂ ਆਈ ਬਈ ਮੈਂ ਝੂਠ ਮਾਰਾਂ ਉਹ ਸਰਮਾਇਆ ਜਾਂ ਜਿਹਨੂੰ ਪੂੰਜੀ ਜਾਂ ਦਾਸ ਕੈਪੀਟਲ ਮਤਲਬ ਉਹ ਕਹਿੰਦੇ ਆ, ਤੇ ਉਹ ਕਿਉਂਕਿ ਉਹ ਇਕਨੋਮਿਕਸ ਹੈ ਤੇ ਉਹ ਕਿਸੇ ਮਤਲਬ ਜਾਣੀ ਕਿ ਅਧਿਆਪਕ ਦੀ ਮਦਦ ਨਾਲ ਜਿਹੜਾ ਇਕਨੋਮਿਕਸ ਦੀਆਂ ਜੋ ਮਤਲਬ ਜਾਣੀ ਬਰੀਕੀਆਂ ਉਹਨੂੰ ਜਾਣਦਾ, ਉਸ ਹਿਸਾਬ ਨਾਲ ਮਤਲਬ ਪੜ੍ਹੀ ਜਾ ਸਕਦੀ ਹੈ। ਬਹੁਤ ਲੋਕ ਦਾਅਵਾ ਕਰਦੇ ਆ ਵੀ ਮੈਂ ਸਰਮਾਇਆ ਪੜ੍ਹਿਆ ਹੋਊਗਾ, ਪਰ ਮੈਨੂੰ ਲੱਗਦਾ ਵੀ ਉਹਦੇ ਤੱਕ ਹਾਂ ਦੂਜੀਆਂ ਕਿਤਾਬਾਂ ਜਿਵੇਂ ਮਤਲਬ ਵਿਰੋਧ ਵਿਕਾਸੀ ਇਤਿਹਾਸਕ ਪਦਾਰਥਵਾਦ ਜਾਂ ਕਮਿਊਨਿਸਟ ਪਾਰਟੀ ਦਾ ਜਿਹੜਾ ਮੈਨੀਫੈਸਟੋ ਸੀ, ਇਹ ਪੜ੍ਹਿਆ ਤੇ ਮੈਂ ਜੁੜਿਆ ਵੀ, ਮੈਨੂੰ ਚੰਗਾ ਵੀ ਲੱਗਿਆ। ਮਤਲਬ ਬਾਅਦ ਦੇ ਵਿੱਚ ਜਿਵੇਂ ਜਿਵੇਂ ਮੇਰੇ ਚਿੰਤਨ ਦਾ ਦਾਇਰਾ ਵਸੀ ਹੁੰਦਾ ਗਿਆ ਜਾਂ ਮਤਲਬ ਮੈਂ ਹੋਰ ਸਾਰਾ ਕਾਸਾ ਵੇਖਿਆ, ਤਾਂ ਫਿਰ ਮੈਨੂੰ ਲੱਗਿਆ ਵੀ ਇਹ ਜਿਹੜੀ ਫਿਲਾਸਫੀ ਹੈ ਮਤਲਬ ਇਹ ਮਾਰਕਸ ਦੀ ਜਿਹੜੀ ਮਤਲਬ ਵਿਚਾਰਧਾਰਾ ਹੈ ਵੀ ਇਹ ਸੰਪੂਰਨ ਮਤਲਬ ਨਹੀਂ ਹੈ। ਇਹਦੇ ਕੋਲ ਸਾਡੇ ਆਪਣੇ ਕੋਲ ਮਤਲਬ ਜ਼ਿੰਦਗੀ ਨੂੰ ਉਦੋਂ ਵਧੀਆ ਢੰਗ ਨਾਲ ਵੇਖਣ ਵਾਲੇ ਮਤਲਬ ਲੋਕ ਪਏ ਸੀ, ਤੇ ਹਜੇ ਵੀ ਸਾਡੇ ਮਤਲਬ ਇੰਟੈਲੀਜੈਂਸੀਏ ਦੇ ਉੱਤੇ ਜਿਹੜੀ ਖੱਬੀ ਸੋਚ ਹੈ ਉਹਦਾ ਵੱਡਾ ਅਸਰ ਹੈ। ਤੇ ਮੇਰਾ ਵਰਗਾ ਬੰਦਾ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤਾਂ ਉਸ ਦੀ ਗੱਲ ਨੂੰ ਮਜ਼ਾਕ ਵਜੋਂ ਵੀ ਲਿਆ ਸਕਦਾ, ਉਹਨੂੰ ਦਖੀਆ ਨੂੰ ਸੀ ਪਿਛਾਂਹ ਖਿੱਚੂ ਜਾਂ ਮਤਲਬ ਜਾਣੀ ਕਿ ਇਹ ਵੀ ਸਮਝਿਆ ਜਾ ਸਕਦਾ ਵੀ ਇਹਨੂੰ ਤਾਂ ਕੁਛ ਮਤਲਬ ਪਤਾ ਹੀ ਨਹੀਂ। ਪਰ ਮੈਨੂੰ ਜੋ ਲੱਗਿਆ ਇੱਕ ਵਿਜੇ ਜੀ, ਮੈਨੂੰ ਇਹ ਵੀ ਲੱਗਦਾ ਕਿ ਜਦੋਂ ਕਵਿਤਾ ਇਸ ਤਰ੍ਹਾਂ ਦੀ ਇੱਕ ਦੌਰ ਚੱਲਿਆ ਤੇ ਉਸ ਤਰ੍ਹਾਂ ਦੀ ਆਲੋਚਨਾ ਵੀ ਪੈਦਾ ਹੋਈ ਤੇ ਉਸ ਤਰ੍ਹਾਂ ਦੀ ਕਵਿਤਾ ਨੂੰ ਪ੍ਰਮੋਟ ਕਰਨ ਵਾਲੀ ਇੱਕ ਤਰ੍ਹਾਂ ਨਾਲ ਆਲੋਚਨਾ ਵੀ, ਤੇ ਉਹਦੇ 'ਚ ਵੀ ਉਹ ਜਿਹੜੀ ਕਵਿਤਾ ਜਿਹਦੇ 'ਚ ਖਾਸ ਤੌਰ ਤੇ ਸਥਾਪਤੀ ਨੂੰ ਸਿੱਧੀ ਹੋ ਕੇ ਸਿੱਧੇ ਰੂਪ 'ਚ ਗੱਲ ਕਹੀ ਗਈ ਲਲਕਾਰ ਕੇ, ਜਾਂ ਕਿਤੇ ਉੱਦਾਂ ਦਾ ਕੋਈ ਜਿਹੜਾ ਬੇਇਨਸਾਫੀ ਆ ਜਾਂ ਨਾ ਬਰਾਬਰੀ ਆ ਉਹਦੇ 'ਤੇ ਸਿੱਧੀ ਕੋਈ ਜਾਂ ਜੋ ਕੋਈ ਚਲੰਤ ਮਸਲਾ ਆ ਉਹਦੇ 'ਚ ਕੋ ਆ ਗਿਆ, ਉਹ ਸ਼ਾਇਰੀ ਹਾਲਾਂਕਿ ਕਲਾਤਮਕ ਪੱਖੋਂ ਉਸ ਤਰ੍ਹਾਂ ਨਹੀਂ ਬਣਦੀ, ਉਹ ਬਹੁਤੀ ਇੱਕ ਤਰ੍ਹਾਂ ਨਾਲ ਕਈ ਵਾਰੀ ਸਟੇਟਮੈਂਟ ਪੱਧਰ ਦੀ ਹੁੰਦੀ ਹੈ, ਉਹ ਬੜੀ ਫਿੱਟ ਹੋਈ। ਤੇ ਦੂਸਰੀ ਸ਼ਾਇਰੀ ਜਿਹੜੀ ਕਿ ਥੋੜੀ ਕੁਛ ਵੱਖਰੇ ਅਨੁਭਵ ਦੀ ਸੀਗੀ, ਜਿਹਦੇ 'ਚ ਗਹਿਰਾਈ ਸੀ, ਉਹਦੇ 'ਚ ਕਿਤੇ ਸੰਚ 'ਚ ਫਿੱਟ ਨਹੀਂ ਹੁੰਦੀ ਸੀਗੀ ਤੇ ਉਹ ਅਣਗੌਲੀ ਰਹਿ ਗਈ। ਹਾਂ ਇਸ ਤਰ੍ਹਾਂ ਹੋਇਆ। ਪਹਿਲੀ ਗੱਲ ਤਾਂ ਸਾਨੂੰ ਮਨ ਬਚਣਾ ਵੀ ਕਵਿਤਾ ਦੇ ਮਾਮਲੇ ਦੇ ਵਿੱਚ ਸ਼ਾਇਰ ਦਾ ਜਿਹੜਾ ਸਥਾਨ ਹੈ ਵੀ ਉਹ ਮਤਲਬ ਕਿੱਥੇ ਜੇ ਬਣਦਾ, ਜੋ ਮੈਨੂੰ ਮੇਰਾ ਮਤਲਬ ਆਪਣਾ ਅਨੁਭਵ ਹੈ। ਮੈਂ ਕਹਿੰਦਾ ਵੀ ਜਿਹੜਾ ਕਵੀ ਆ ਸਿਰਫ ਮੇਰੀ ਨਜ਼ਰ 'ਚ ਇਹ ਮੀਡੀਅਮ ਹੈ, ਵੀ ਇੱਕ ਮਾਧਿਅਮ ਹੈ ਵੀ ਜਿਹਦੇ ਰਾਹੀਂ ਸਰੋਤ ਕਿਤੇ ਹੋਰ ਹੈ ਤੇ ਉਹ ਲੰਘ ਕੇ ਚੀਜ਼ ਮਤਲਬ ਇਹਦੇ ਰਾਹੀਂ ਮਤਲਬ ਹੁੰਦੀ ਹੈ। ਇਹ ਵਰਤਾਰਾ ਜਿਹੜਾ ਇਹ ਬਿਲਕੁਲ ਹੀ ਰੂਹਾਨੀ ਹੈ, ਮਤਲਬ ਬੌਧਿਕ ਨਹੀਂ ਹੈ ਨਾ। ਜੇ ਆਪਣੀਆਂ ਪੁਰਾਣੀਆਂ ਮਤਲਬ ਯਾਨੀ ਕਿ ਬੰਦੇ ਗੁਰੂ ਨਾਨਕ ਦੀ ਗੱਲ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਦੀ ਗਿਆਨ ਮਿਲਾ ਲੋ, ਹੈ ਨਾ। ਜਾਂ ਦੂਸਰਾ ਉਹ ਜੇ ਆਪਾਂ ਗਾਲਿਬ
ਵਰਗੇ ਵੱਡੇ ਸ਼ਹਿਰ ਨੂੰ ਉਰਦੂ ਚ ਆਖੀਏ ਤਾਂ ਤੁਸੀਂ ਦੇਖਿਆ ਹੋਣਾ ਵੀ ਉਹਨਾਂ ਦਾ ਸ਼ੇਰ ਹੈ ਕਿ आते हैं गैब से ये मज़ामी ख्याल में क्या बात, गालिब शरीर खामा नवाए सरोश है। क्या बात। पात्र ने भी इस तरह क्या भी यानी कि अचनचेती किसे बिंदु चो चश्मे फुट पे चश्मा फुट पैंदा जी, ये दावेदार में खाम खा बनते। क्या बात। तो इस तरह नाल ਮੇਰੀਆਂ ਕਵਿਤਾਵਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਸ਼ਬਦ ਜਿਵੇਂ ਵੀ ਮੈਂ ਸਾਂ ਕੇਵਲ ਕਲਮ ਕਾਗਜ਼ ਬਰਾਬਰ ਗਜ਼ਲ ਜਿਸਨੇ ਲਿਖੀ ਸੀ ਮੈਂ ਨਹੀਂ ਸਾਂ। ਸੋ ਮਤਲਬ ਮੈਨੂੰ ਇਉਂ ਲੱਗਿਆ ਮੇਰੇ ਆਪਣੇ ਨਾਲ ਵਾਪਰਿਆ ਵੀ ਔਰ ਮੈਂ ਇਹਨੂੰ ਵਾਪਰਦੇ ਨੂੰ ਵੇਖਿਆ ਵੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ। ਮਤਲਬ ਬਿਲਕੁਲ ਹੀ ਹੋਰ ਤਰ੍ਹਾਂ ਦੇ ਸੁਪਨੇ ਹੁੰਦੇ ਸੀ ਤੇ ਅਚਨਚੇਤ ਇੱਕ ਕਿਤਾਬ ਆ ਗਈ। ਸਾਡੇ ਇੱਥੋਂ ਦੇ ਬੜੇ ਵੱਡੇ ਸ਼ਾਇਰ ਸੀਗੇ, ਬੇਸ਼ੱਕ ਉਹਨਾਂ ਦਾ ਉਸ ਤਰ੍ਹਾਂ ਨਾਂ ਬਹੁਤ ਵੱਡਾ ਨਹੀਂ ਹੋ ਸਕਿਆ, ਫਿਰ ਵੀ ਜਾਣਿਆ ਜਾਂਦਾ, ਪਰ ਮਤਲਬ ਜਾਨੀ ਜਿੰਨਾ ਉਹਨਾਂ ਦਾ ਵੱਡਾ ਰੁਤਬਾ ਹੈ, ਜਿੰਨਾ ਵੱਡਾ ਉਹਨਾਂ ਦਾ ਮੁਕਾਮ ਹੈ, ਉਹਨਾਂ ਨੂੰ ਪਛਾਣ ਓਡੀ ਵੱਡੀ ਨਹੀਂ ਮਿਲ ਸਕੀ। ਬਿਸਮਿਲ ਫਰੀਦਕੋਟੀ ਸਾਹਿਬ ਉਹਨਾਂ ਦਾ ਨਾਂ ਸੀ। ਬੜੇ ਖਰੇ ਵੀ ਸ਼ਾਇਰ ਸੀ ਔਰ ਜੀਵਨ ਦੇ ਵਿੱਚ ਵੀ ਸ਼ਾਇਰ ਸੀ, ਖਰੀ ਗੱਲ ਕਹਿਣ ਵਾਲੇ, ਬਿਲਕੁਲ ਮੁੱਲੜੀ ਸਾਦਗੀ ਨਾਲ ਔਰ ਜਿਉਣ ਵਾਲੇ। ਬੜੇ ਪਾਪੜ ਵੇਲੇ ਉਹਨਾਂ ਨੇ ਉਪਜੀਵਕਾ ਕਮਾਉਣ ਵਾਸਤੇ ਰਿਕਸ਼ਾ ਚਲਾਇਆ, ਉਹ ਤਰ੍ਹਾਂ ਤਰ੍ਹਾਂ ਦੀਆਂ ਮਤਲਬ ਹੋਰ ਕੰਮ ਕੀਤੇ, ਚੁੰਗੀ ਮਰਦੀ ਕੀਤੀ, ਅਖੀਰ ਨੂੰ ਉਹ ਝੋਲਾ ਛਾਪ ਡਾਕਟਰੀ ਵੀ ਮਤਲਬ ਜਾਣੀ ਕੀਤੀ। ਤਾਂ ਉਹਨਾਂ ਦੀ ਮੌਤ ਅਖੀਰ ਨੂੰ ਟੀਵੀ ਹੋ ਗਈ ਸੀ। ਉਹਨਾਂ ਦੀ ਮੌਤ ਵੀ ਬੜੇ, ਸਾਡੇ ਇੱਥੇ ਟਾਂਗਾ ਸ਼ੈੱਡ ਹੁੰਦਾ ਸੀ ਜੀ, ਉਸ ਵੇਲੇ ਉਹਨਾਂ ਦਾ ਮਤਲਬ ਜਿਹੜੀ ਜਦੋਂ ਉਹ ਟਾਂਗਾ ਸ਼ੈੱਡ ਥੱਲੇ ਉਹਨਾਂ ਦਾ ਮੰਜਾ ਸੀ, ਭਰਾ ਸੀਗਾ ਇੱਕ, ਉਹਨਾਂ ਨੇ ਨਹੀਂ ਗੋਲਿਆ ਗੂਲਿਆ, ਉੱਥੇ ਉਹਨਾਂ ਦੀ ਮੌਤ ਹੋਈ। ਜਿਹੜੇ ਯਾਰ ਦੋਸਤ ਉੱਥੇ ਜਾ ਕੇ ਟੀਵੀ ਉਹਨਾਂ ਦਿਨਾਂ ਦੇ ਵਿੱਚ ਮਤਲਬ ਹੁੰਦਾ ਸੀ ਵੀ ਟੀਵੀ ਮੈਨੇ ਡੈਥ, ਤਾਂ ਮਤਲਬ ਜਾਣੀ ਉਹਨੂੰ ਜਾ ਕੇ ਪਹੁੰਚਾਉਂਦੇ ਰਹੇ ਜਿੰਨੀ ਕੁ ਮਤਲਬ ਜਾਣੀ ਮਦਦ ਆਪਣੇ ਤਰੀਕੇ ਨਾਲ ਪਹੁੰਚ ਸਕਦੀ ਸੀ। ਪਰ ਉਹਨਾਂ ਦੀ ਮੌਤ ਹੋ ਗਈ ਤਾਂ ਪਰੰਤੂ ਉਹਨਾਂ ਨੇ ਜਿਹੜੇ ਮਿੱਤਰ ਸੀ ਉਹਨਾਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਕਿਤਾਬ ਖੌਲ ਦੇ ਸਾਗਰ ਛਪਵਾਈ। ਜਦੋਂ ਕਿਤਾਬ ਛਪ ਗਈ ਤਾਂ ਰੌਲਾ ਸੀ ਵੀ ਹੁਣ ਇਹ ਕਿਵੇਂ ਵੇਚੀ ਜਾਵੇ, ਡਿਸਟ੍ਰੀਬਿਊਸ਼ਨ ਦਾ ਮਸਲਾ ਸੀ। ਤਾਂ ਅਖੀਰ ਨੂੰ ਇਹ ਮਤਲਬ ਜਾਨੀ ਕਿ ਫੈਸਲਾ ਹੋਇਆ ਵੀ ਭਾਈ ਜਿੰਨੇ ਜਿੰਨੇ ਮਤਲਬ ਕਿਸੇ ਨੇ ਪੈਸੇ ਪਾਏ ਆ ਉਹਨੇ ਮਤਲਬ ਜਾਨੀ ਕਿਤਾਬਾਂ ਉਸ ਰੇਸ਼ੋ ਨਾਲ ਦੇ ਦਿਓ। ਤਾਂ ਉਹ 60-70 ਕਿਤਾਬਾਂ ਜਿਹੜੀਆਂ ਮਤਲਬ ਸਾਡੇ ਘਰ ਵੀ ਆਈਆਂ, ਮੇਰੇ ਪਿਤਾ ਜੀ ਵੀ ਬਿਸਮਿਲ ਜੀ ਦੇ ਦੋਸਤ ਸੀਗੇ ਤੇ ਉਦੋਂ 60-70 ਕਿਤਾਬਾਂ ਜਾਂ ਬਿਸਮਿਲ ਜੀ ਸਾਡੇ ਘਰੇ ਅਕਸਰ ਮਤਲਬ ਆਇਆ ਕਰਦੇ ਸੀ। ਤੇ ਇਹ ਤਾਂ ਮੈਨੂੰ ਪਤਾ ਸੀ ਵੀ ਕਵੀ ਹੈ, ਘਰ 'ਚ ਕਵਿਤਾ ਦੀਆਂ ਗੱਲਾਂ ਚੱਲਦੀਆਂ ਸੀ, ਪਿਤਾ ਜੀ ਆਪ ਲਿਖਦੇ ਸੀ, ਸ਼ਿਵ ਕੁਮਾਰ ਦੀਆਂ ਗੱਲਾਂ ਚੱਲਦੀਆਂ ਸੀ। ਮੇਰੇ ਪਿਤਾ ਜੀ ਸ਼ਿਵ ਕੁਮਾਰ ਨੂੰ ਵੀ ਉਹਨਾਂ ਨਾਲ ਵੀ ਉਹਨਾਂ ਦੀ ਮਤਲਬ ਜਾਨੀ ਕਿ ਕਿਸੇ ਲੈਵਲ ਤੇ ਜਾਣ ਪਛਾਣ ਜਾਂ ਆਪਾਂ ਜਿਹਨੂੰ ਲਿਹਾਜ਼ ਕਹਿ ਸਕਦੇ ਸੀਗੀ। ਔਰ ਉਹ ਕਿਤਾਬ ਮੈਨੂੰ ਇਹ ਤਾਂ ਪਤਾ ਵੀ ਬਿਸਮਿਲ ਕਵੀ ਹੈ, ਪਰ ਏਡਾ ਵੱਡਾ ਕਵੀ ਹੈ ਮੈਨੂੰ ਨਹੀਂ ਸੀ ਪਤਾ। ਉਦੋਂ ਮੈਨੂੰ ਥੋੜੀ ਦੇਰ ਦੀ ਉਮਰ ਜਾਣੀ 16, 17, 18 ਕੁ ਸਾਲ ਦੀ ਹੋਊਗੀ ਜਦੋਂ ਕਿਤਾਬ ਆਈ ਹੈ। ਤਾਂ ਉਹ ਕਿਤਾਬ ਮੈਂ ਪੜ੍ਹੀ ਚੁੱਕ ਕੇ, ਬਿਸਮਿਲ ਦੀ ਕਿਤਾਬ ਹੈ, ਘਰੇ ਗੱਲ ਹੋਈ ਸੀ ਬਿਸਮਿਲ ਦੀ ਕਿਤਾਬ ਹੈ ਵੀ ਬਿਸਮਿਲ ਦੀ ਕਿਤਾਬ ਹੈ। ਉਹ ਪੜ੍ਹੀ ਤਾਂ ਜਦੋਂ ਮੈਂ ਪੜ੍ਹਿਆ ਤਾਂ ਮੇਰੇ ਅੰਦਰ ਇੱਕ ਬਦਲਾਅ ਹੋ ਗਿਆ ਵੀ ਹੈ ਯਾਰ। ਪਹਿਲਾਂ ਮੈਂ ਕਵਿਤਾ ਬਾਰੇ ਸੁਣਦਾ, ਮੇਰੀ ਮੰਮੀ ਵੀ ਕਦੇ ਮੇਰੇ ਪਿਤਾ ਜੀ ਵੀ ਲਿਖਦੇ ਸੀ ਤਾਂ ਮੰਮੀ ਵੀ ਉਹ ਫਲਾਨਾ ਵੀ ਕਵਿਤਾ ਜੋੜਦਾ, ਹਾਂ ਮਤਲਬ ਇਸ ਤਰ੍ਹਾਂ ਦਾ ਕੁਛ ਵੀ ਮੰਮੀ ਨੂੰ ਕਵਿਤਾ ਬਾਰੇ ਪਤਾ ਸੀ, ਪਰ ਕਵਿਤਾ ਜੋੜੀ ਜਾਂਦੀ ਹੈ ਮਤਲਬ ਇਸ ਤਰ੍ਹਾਂ ਦੀ ਮਤਲਬ ਜਾਨੀ ਕੁਛ। ਪਰ ਜਦੋਂ ਬਿਸਮਿਲ ਦੀ ਉਹ ਕਿਤਾਬ ਮੈਂ ਪੜ੍ਹੀ ਤਾਂ ਮੇਰੇ ਅੰਦਰ ਹੀ ਕੁਛ ਮਤਲਬ ਇਸ ਤਰ੍ਹਾਂ ਦਾ ਫਿਰ ਗਿਆ ਵੀ ਆਹ ਤਾਂ ਯਾਰ ਵੀ ਇਹ ਤਾਂ ਕੁਛ ਹੋਰ ਚੀਜ਼ ਹੈ ਵੀ ਕਵਿਤਾ ਬਾਰੇ ਜਿਹੜਾ ਕੁਝ ਸੋਚਦੇ ਹੁੰਦੇ ਸੀ ਅਸੀਂ
ਵੀ ਕਵਿਤਾ ਉਹ ਚੀਜ਼ ਤਾਂ ਨਹੀਂ ਹੈ। ਤੇ ਫਿਰ ਮਤਲਬ ਸਾਡੇ ਕਿਰਾਏ ਦਾ ਘਰ ਸੀ, ਉੱਥੇ ਬਰਾਂਡੇ 'ਚ ਮੈਂ ਮਤਲਬ ਐ ਗੇੜੇ ਜੇ ਕੱਢ ਰਿਹਾ ਸੀ ਕਿ ਸ਼ੇਰ ਮਤਲਬ ਜਾਣੀ ਆਉਣੇ ਸ਼ੁਰੂ ਹੋ ਗਏ। ਯਾਦ ਹੈ ਕਿਹੜਾ ਸ਼ੇਰ ਸੀ? ਹਾਂ, ਸਭ ਤੋਂ ਪਹਿਲੀ ਜਿਹੜੀ, ਔਰ ਕਮਾਲ ਵੀ ਗਜ਼ਲ ਸੀ, ਔਰ ਪੂਰੇ ਉਬੈਰ ਵਜ਼ਨ ਕੀ ਬਾਤ। ਚ ਮਤਲਬ ਸੀ। ਪਹਿਲੀਆਂ ਦੋ, ਇੱਕ ਉਹ ਸੀ ਕਿ 16-17 ਸਾਲ ਦੀ ਉਮਰ ਦੀ ਗੱਲ ਕਰ ਰਹੇ ਨੇ ਵੀ ਤੱਕਿਆ ਜਾਂ ਰਾਹੇ ਜਾਂਦੇ ਆ ਚਿਹਰਾ ਜਨਾਬ ਦਾ, ਕੀ ਬਾਤ। ਪੈਂਦਾ ਭੁਲੇਖਾ ਸੀ ਕਿਸੇ ਹੱਸਦੇ ਗੁਲਾਬ ਦਾ, ਔਰ ਉਹ ਜ਼ੁਲਫ ਸੀ ਜਾਂ ਸੀ ਕੋਈ ਨਾਗਿਨ ਉਹ ਮੇਲ ਦੀ, ਕੀ ਬਾਤ। ਉਹ ਨੈਣ ਸਨ ਕਿ ਮੈਂ ਕਦਾ ਕੋਈ ਸੀ ਸ਼ਰਾਬ ਦਾ, ਕੀ ਬਾਤ ਸੀ ਮਸਤ ਚਾਲ ਇਸ ਤਰ੍ਹਾਂ ਮਦਹੋਸ਼ ਕਰ ਰਹੀ, ਜੀ। ਰਾਤਾਂ ਨੂੰ ਵਹਿੰਦਾ ਜਿਸ ਤਰ੍ਹਾਂ ਪਾਣੀ ਚਨਾਬ ਦਾ, ਕੀ ਬਾਤ। ਔਰ ਤੱਕਿਆ ਜਾਂ ਮੈਨੂੰ ਫੇਰਿਆ ਚਿਹਰੇ ਨੂੰ ਇਸ ਤਰ੍ਹਾਂ ਪੜ੍ਹ ਕੇ ਜਿਵੇਂ ਕੋਈ ਪਲਟਦਾ ਵਰਗਾ ਕਿਤਾਬ ਦਾ। ਕੀ ਬਾਤ ਹੈ, ਕੀ ਬਾਤ, ਬਹੁਤ ਖੂਬ। ਔਰ ਅਲਫਾਜ਼ ਨਹੀਂ ਕਿ ਕਰ ਸਕਾਂ ਉਸ ਦੀ ਮੈਂ ਕੁਝ ਤਾਰੀਫ, ਕੋਈ ਜਵਾਬ ਸੀ ਨਹੀਂ ਉਸ ਲਾਜਵਾਬ ਦਾ। ਕੀ ਬਾਤ ਹੈ, ਕੀ ਬਾਤ। ਔਰ ਮੈਂ ਗਜ਼ਲ ਲਿਖੀ ਤਾਂ ਕੋਈ ਜਵਾਬ ਸੀ ਨਹੀਂ ਉਸ ਲਾਜਵਾਬ ਦਾ। ਔਰ ਮਤਲਬ ਇਹੀ ਕਵਿਤਾ ਮੈਂ ਸਾਡੇ ਇੱਥੇ ਗੌਹਰ ਲੁਧਿਆਣਵੀ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਉਹ ਕਮਾਲ ਦੀ ਗੱਲ ਵੀ ਉਹ ਵੀ ਉਹਨਾਂ ਦੇ ਨਾਵਲ ਮਰਗਟ ਕੇ ਸਾਏ, ਉਰਦੂ ਦੇ ਲੇਖ ਸੀ, ਮਰਗਟ ਕੇ ਸਾਏ ਤੇ ਯਾਨੀ ਕਿ ਹਿੰਦੀ ਫਿਲਮ ਚੇਤਨਾ ਬਣੀ ਸੀ ਵੀ ਸਟਾਰਿੰਗ ਜੀ ਅਨਿਲ ਧਵਨ ਤੇ ਉਹ ਵਹੀਦਾ ਰਹਿਮਾਨ, ਪਰ ਉਹ ਵੀ ਉਹਨਾਂ ਦਾ ਨਾਂ ਤੇ ਕੋਈ ਮਤਲਬ ਨਹੀਂ ਆਇਆ ਸੀ ਉਹਦੇ ਵਿੱਚ। ਨਾਵਲ ਮਤਲਬ ਉਹਨਾਂ ਦਾ ਖਰੜਾ ਚੋਰੀ ਹੋ ਗਿਆ ਸੀ ਗਾਂਧੀ, ਜਾਂ ਬੈਠਣਾ ਉੱਠਣਾ ਸੀ ਜਿਨ੍ਹਾਂ ਲੋਕਾਂ ਨਾਲ ਬੰਬੇ ਰਹਿੰਦੇ ਸੀ ਮਤਲਬ ਕਿਸੇ ਵੇਲੇ, ਉਹ ਵੀ ਫਿਲਮਾਂ 'ਚ ਟਰਾਈ ਕਰਨ ਗਏ ਸੀ। ਉਹ ਇੱਥੇ ਇੱਕ ਛੋਟਾ ਜਿਹਾ ਪੇਪਰ ਕੱਢਦੇ ਹੁੰਦੇ ਸੀ ਜਾਗੀ ਮਨੁੱਖਤਾ, ਤੇ ਮੈਂ ਉਹ ਪਹਿਲੀ ਗਜ਼ਲ ਲਿਖੀ ਤੇ ਮੈਂ ਕਾਗਜ਼ ਤੇ ਲਿਖ ਕੇ ਗੌਰ ਸਾਹਿਬ ਵੀ ਆ ਪਹਿਲਾਂ ਮੇਰੇ ਵੱਲ ਪਹਿਲਾਂ ਪੜ੍ਹੀ, ਪਰ ਮੇਰੇ ਵੱਲ ਇੰਝ ਝੱਕ ਕੇ ਕਹਿੰਦੇ ਵੀ ਲਾਜਵਾਬ ਕੀ ਹੁੰਦਾ, ਮੈਂ ਕਿਹਾ ਜਿਹਦਾ ਕੋਈ ਜਵਾਬ ਨਾ ਹੋਵੇ। ਹਾਂ, ਕਹਿੰਦੇ ਛਪ ਜੂ। ਉਹ ਅਗਲੇ ਹਫਤੇ ਹਫਤਾਵਾਰੀ ਸੀਗਾ ਉਹ। ਕਿੰਨੀ ਉਮਰ ਕਿੰਨੀ ਸੀ ਉਦੋਂ? ਉਹ 17-18 ਸਾਲ ਉਹ ਛਪ ਗਈ ਤੇ ਮੈਂ ਮਤਲਬ ਜਾਣੀ ਕਿ ਸ਼ਾਇਰ ਹੋ ਗਿਆ। ਕੀ ਬਾਤ ਹੈ। ਫਿਰ ਮਤਲਬ ਜਾਣੀ ਰੁਕਿਆ ਰਿਹਾ, ਮਤਲਬ ਜਾਣੀ ਫਿਰ ਕੋਈ ਮਹੀਨੇ 2 ਮਹੀਨੇ ਮਗਰੋਂ ਦੂਸਰੀ ਗਜ਼ਲ, ਫਿਰ ਕੁਛ ਮਤਲਬ ਚੱਲਦਾ ਰਿਹਾ। ਫਿਰ ਮੈਨੂੰ ਨਹੀਂ ਲੱਗਿਆ ਵੀ ਮੈਂ ਬੁੱਧੀ ਵਰਤ ਸਕਿਆ ਕਦੇ, ਵੀ ਮੈਨੂੰ ਲੱਗਦਾ ਵੀ ਇਹ ਘਟਦੀ ਆ, ਔਰ ਸ਼ਾਇਰ ਇੱਕ ਪਾਈਪ ਜਿਹਦੇ ਰਾਹੀਂ ਮਾਧਿਅਮ ਬਣਦਾ, ਜਿਹਦੇ ਰਾਹੀਂ ਮੀਡੀਅਮ ਬਣਦਾ। ਹਾਂ, ਉਹਦੇ ਲੰਘ ਕੇ ਜੇ ਤੁਸੀਂ ਆਪਣੀ ਮਤਲਬ ਜਿਹੜੀ ਬੌਧਿਕਤਾ ਜਾਂ ਆਪਣੀ ਜੋ ਵਿਚਾਰ ਉਹਦੇ ਮੂੰਹ 'ਚ ਨਹੀਂ ਪਾ ਸਕਦੇ, ਕਵਿਤਾ ਵੱਡੀ ਹੈ, ਸ਼ਾਇਰ ਨਾਲੋਂ ਵੱਡੀ ਹੈ। ਜੇ ਤੁਸੀਂ ਪਾਓਗੇ ਤਾਂ ਉਹ ਖਰਾਬ ਮਤਲਬ ਹੋ ਜਾਏਗੀ ਔਰ ਅਕਵਿਤਾ ਬਣ ਜਾਏਗੀ। ਮਤਲਬ ਇੱਕ ਬਹੁਤ ਸਾਰਾ ਵੇਖਣਾ ਹੁੰਦਾ ਵੀ ਇਹ ਤੁਹਾਡੀ ਵੀ ਆਪ ਤੁਸੀਂ ਕਿੱਥੇ ਹੋ। ਮਤਲਬ ਹੁਣ ਪ੍ਰਗਤੀਵਾਦ ਦੇ ਵਿੱਚ ਵੀ ਮਤਲਬ ਕੁਝ ਪਾਸ਼ ਵਰਗੇ ਬੰਦੇ ਵੀ ਹੋਏ ਹਨ, ਜੀ 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 ਜੀ, ਉਹਨਾਂ ਨੇ ਮਤਲਬ ਜੋ ਕੁਛ ਵਾਕਿਆ ਅੰਦਰਲੀ ਜੋ ਉਹਨਾਂ ਦਾ ਸੀ ਉਹੀ ਆਉਣ ਦਿੱਤਾ। ਮਤਲਬ ਕਿ ਹਨਾ ਵੀ ਸ਼ਬਦ ਦੀ ਜਿਹੜੇ ਚੈਨਲ ਰਾਹੀਂ ਲੰਘ ਕੇ ਆਉਂਦਾ ਸ਼ਬਦ ਉਹ ਜਿਹਾ ਬਣ ਜਾਂਦਾ, ਜਿਹੜੇ ਉਹ ਚਿੰਨ੍ਹ ਹੈ ਜਾਂ ਉਹਦਾ ਜੋ ਵੈਖਰੀ ਰੂਪ ਹੈ, ਉਹਦੀ ਤਸਵੀਰ ਹੈ ਜਿਹੜੀ ਮਤਲਬ ਆ ਵੀ ਉਹਦੇ ਤੇ ਨਿਰਭਰ ਕਰਦੀ ਹੈ ਵੀ ਉਹ ਕਿਸ ਚੈਨਲ ਰਾਹੀਂ ਮਤਲਬ ਉਹ ਲੰਘ ਕੇ ਆਇਆ ਹੈ ਨਾ, ਉਹੀ ਰੰਗਤ ਆਏਗੀ ਉਹਦੇ ਵਰਗਾ। ਜੇ ਉਹ ਮਤਲਬ ਸਾਫ਼ ਸ਼ਫਾਫ ਸਰਲ ਚੈਨਲ ਰਾਹੀਂ ਲੰਘ ਕੇ ਆਇਆ, ਜੇ ਉਹ ਗੰਦੇ ਤਰੱਕੇ ਉਸ ਚੈਨਲ ਰਾਹੀਂ ਲੰਘ ਕੇ ਆਇਆ, ਉਸ ਤਰ੍ਹਾਂ ਦਾ ਝੋਲਾ ਦੋ। ਅੱਛਾ, ਤੁਸੀਂ ਜਿਵੇਂ ਪਾਤਰ ਸਾਹਿਬ ਹੁਣ ਦੇ ਹਵਾਲੇ ਨਾਲ ਵੀ ਕਰ ਰਹੇ ਸੀ ਗੱਲ ਕਿ
ਸ਼ਾਇਰ ਮਾਧਿਅਮ ਬਣਦਾ। ਜਿਹੜੇ ਉਹ ਪਲ ਹੁੰਦੇ ਆ ਕਿ ਜਦੋਂ ਸ਼ਾਇਰੀ ਬੰਦੇ ਦੇ ਅੰਦਰ ਤਾਰੀ ਹੁੰਦੀ ਆ ਜਾਂ ਉਹ ਜਿਹੜਾ ਵਹਾਅ ਹੁੰਦਾ, ਉਹ ਜਿਹੜੇ ਪਲ ਹੈਗੇ ਆ, ਇੱਕ ਆਮ ਜਦੋਂ ਅਸੀਂ ਵਿਚਰਦੇ ਆ ਜਾਂ ਤੁਸੀਂ ਜਦੋਂ ਸ਼ਾਇਰ ਨਹੀਂ ਹੁੰਦੇ, ਉਹ ਪਲ ਨਹੀਂ ਹੁੰਦੇ, ਉਹ ਪਲ ਕਿਸ ਤਰ੍ਹਾਂ ਦੇ ਹੁੰਦੇ ਆ, ਇਲਹਾਮ ਦੇ ਪਲ, ਜਾਂ ਉਹਨਾਂ 'ਚ ਕਿਸ ਤਰ੍ਹਾਂ ਤੁਸੀਂ ਮਹਿਸੂਸ ਕਰਦੇ ਆ? ਤੇ ਸ਼ਬਦਾਂ 'ਚ ਨਹੀਂ ਉਤਾਰਿਆ ਜਾ ਸਕਦਾ ਫਿਰ ਵੀ ਥੋੜਾ ਜਿਹਾ ਜੇ ਤੁਸੀਂ ਕੋਈ ਕੁਝ ਪੋਜੈਸ ਜਾਬ ਨੇ ਜਾਨੀ ਕਰ ਲੈਂਦਾ ਵੀ ਜਾਨੀ ਇੱਕ ਬਿਲਕੁਲ ਮਤਲਬ ਜਾਨੀ ਮਤਲਬ ਉਸ ਤਰ੍ਹਾਂ ਦੇ ਨੇੜੇ ਤੇੜ ਦਾ ਫਨੋਮਨ ਹੈ ਬੱਚੇ ਦੇ ਜਨਮ ਦੇ ਵੀ ਇੱਕ ਬੇਚੈਨੀ ਹੈ ਨਾ, ਮਿੱਠੀ ਮਿੱਠੀ ਉਹ ਜਲੂਣ ਜੀ ਔਰ ਇੱਕ ਪੀੜ, ਇੱਕ ਤੁਹਾਡਾ ਉਹ ਜਦੋਂ ਮੈਨੂੰ ਮਤਲਬ ਘਰ ਦੇ ਪਛਾਣ ਲੈਂਦੇ ਆ ਜਦੋਂ ਮੈਂ ਉਹਨਾਂ ਪੱਲਾਂ ਚੋਂ ਮਾਂ ਤੇ ਮੈਡਮ ਬੱਚੇ ਉਦੋਂ ਫਿਰ ਮਤਲਬ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਹੁਣ ਇਹਨੂੰ ਮੈਂ ਕੋਠੇ ਤੇ ਚੜ ਗਿਆ ਹਾਂ ਜਾਂ ਇਸ ਤਰ੍ਹਾਂ ਵੀ ਪਤਾ ਨਹੀਂ ਮਤਲਬ ਹੁਣ ਹੁੰਦਾ ਨਹੀਂ ਬੰਦਾ ਬਿਲਕੁਲ ਹੀ ਜਿਹੜੀ ਬੁੱਧੀ ਤਾਂ ਕਿਤੇ ਉਹ ਪਾਸੇ ਮਤਲਬ ਟਿਕ ਜਾਂਦੀ ਹੈ। ਕਦੀ ਆਪ ਨੂੰ ਵੀ ਲੱਗਿਆ ਵੀ ਜਦੋਂ ਕੋਈ ਪੁਰਾਣੀ ਚੀਜ਼ ਪੜ੍ਹੀ ਵੀ ਆਮ ਹੀ ਮਤਲਬ ਅਕਸਰ ਹੀ ਲੱਗਿਆ ਵੀ ਇਹ ਕੌਣ ਲਿਖਿਆ, ਇਹ ਆ ਕਿ ਵੀ ਇਹ ਵੀ ਲੱਗਦਾ ਵੀ ਯਾਰ ਵੀ ਆ ਤਾਂ ਮੇਰੀ ਮਤਲਬ ਇੰਨੀ ਤੌਫੀਕ ਮਤਲਬ ਹੈ ਨਹੀਂ ਗੀ, ਯਾਨੀ ਵੀ ਮੈਂ ਇੱਕ ਜਿਹੜਾ ਬੰਦਾ ਅਨਪੜ੍ਹ ਜਿਹਾ ਤੇ ਚਲੋ ਇਹ ਵੀ ਨਾ ਵੀ ਸ਼ਬਦ ਆਪਾਂ ਵਰਤੀਏ ਵੀ ਮੈਂ ਮਤਲਬ ਜਾਨੀ ਇੰਨੀ ਮੇਰੇ 'ਚ ਮਤਲਬ ਜਾਨੀ ਕਿ ਉਹ ਸਮਰੱਥਾ ਨਹੀਂ ਵੀ ਮੈਂ ਇਸ ਤਰ੍ਹਾਂ ਦੀ ਉਹ ਚੀਜ਼ ਮਤਲਬ ਜਾਨੀ ਕਿ ਵੀ ਮੋਤੀ ਸਿਤਾਰੇ ਫੁੱਲ ਦੀ ਤੁਸੀਂ ਗੱਲ ਲੈ ਲਓ ਜਾਂ ਜੋ ਹੁਣ ਇੱਕ ਵਾਰੀ ਹੋ ਗਿਆ, ਜੇ ਦੂਰੀ ਵਾਰ ਮੈਨੂੰ ਕੋਈ ਕਵੇ ਹੈ ਨਾ ਫਿਰ ਮੁਸ਼ਕਿਲ ਹੈ। ਅੱਛਾ, ਉਹ ਗੀਤ ਬਹੁਤ ਕਿਉਂਕਿ ਫਿਲਮ 'ਚ ਵੀ ਆ ਚੁੱਕਾ ਆ, ਵੈਸੇ ਵੀ ਮੈਨੂੰ ਲੱਗਦਾ ਕਿ ਇੰਨਾ ਕੁ ਪੰਜਾਬੀਆਂ ਦੇ ਮਨਾਂ 'ਚ ਵਸਣ ਵਾਲੀ ਚੀਜ਼ ਆ। ਹਾਂ, ਗਾਇਆ ਜਾ ਚੁੱਕਾ ਬਹੁਤ ਹੈ ਨਾ। ਉਹਦੇ ਕ੍ਰੀਏਟਿਵ ਪ੍ਰੋਸੈਸ ਬਾਰੇ ਉਹ ਕਿਵੇਂ ਆਇਆ ਸੀ, ਕੁਝ ਸਾਡੇ ਨਾਲ ਸਾਂਝਾ ਕਰੋਗੇ? ਕਿਉਂਕਿ ਉਹ ਗੀਤ ਕਿਵੇਂ ਲਿਖਿਆ ਗਿਆ ਸੀ, ਇੱਕ ਵਾਰ 'ਚ ਲਿਖਿਆ ਗਿਆ ਸੀ ਜਾਂ ਨਹੀਂ ਕੋਈ ਸਦਰ ਕਿਵੇਂ ਪਹਿਲਾਂ ਚਲੀ ਸੀ? ਇਹ ਦੋ ਤਿੰਨ ਮਤਲਬ ਜਾਣੀ ਮਤਲਬ ਜਾਣੀ ਪੜਾਵਾਂ ਦੇ ਵਿੱਚ ਮਤਲਬ ਇਹ ਪੂਰਾ ਹੋਇਆ। ਇੱਕ ਮਤਲਬ ਕੋਈ ਨਾਲ ਸੀ ਜੀ, ਫਿਰ ਮਤਲਬ ਜਾਣੀ ਫਿਰ ਮਤਲਬ ਉਹ ਚਲਾ ਗਿਆ ਤਾਂ ਦਿਨ ਮਤਲਬ ਜਾਣੀ ਹੋਰ ਤਰ੍ਹਾਂ ਦਾ। ਤੀਸਰਾ ਪੜਾ ਜਾਣੀ ਕਾਫੀ ਉਹ ਮਤਲਬ ਜਾਣੀ ਕਿ ਹੁੰਦਾ ਸੀ, ਟੁੱਟਿਆ ਹੋਇਆ ਸੀ ਬਹੁਤ ਸਾਰਾ। ਤਿੰਨ ਪੜਾਵਾਂ ਦੇ ਵਿੱਚ ਮੋਤੀ ਸਿਤਾਰੇ ਫੁੱਲ ਵੇ, ਮੁੱਠੀ ਮੇਰੀ ਵਿੱਚ ਕੁੱਲ ਵੇ, ਪਰ ਬਿਨ ਤੇਰੇ ਕਿਸ ਮੁੱਲ ਵੇ। ਇਦਾਂ ਇਹ ਪਿਛਲੇ ਫਿਰ ਦੁਨੀਆ ਡਰੀ ਤੋਂ ਡਰ ਗਿਆ ਹੈ ਨਾ, ਬਰਬਾਦ ਕਰਕੇ ਧਰ ਗਿਆ, ਕਮਲੀ ਨੂੰ ਕਮਲੀ ਕਰ ਗਏ ਵੇ ਸਿਆਣੇ। ਬਹੁਤ ਵਾਰੀ ਮਤਲਬ ਇਉਂ ਹੁੰਦਾ ਵੀ ਮੇਰੀ ਇੱਕ ਗਜ਼ਲ ਹੈ, ਹੁਨਰ ਨੂੰ ਹੱਥਾਂ ਤੇ ਮਾਣ ਹੋਵੇ, ਲਗਨ ਨੂੰ ਦਿਲ ਤੇ ਯਕੀਨ ਹੋਵੇ, ਇਹ ਤਖਤ ਹੋਵੇ ਮੁਹੱਬਤਾਂ ਦਾ ਤੇ ਸੱਚ ਗੱਦੀ ਨਸ਼ੀਨ ਹੋਵੇ। ਮੈਂ ਅੱਕ ਚੁੱਕਾ ਹਾਂ ਸੁਣ ਕੇ ਬਾਤਾਂ ਤੇ ਥੱਕ ਚੁੱਕਾ ਕਿਤਾਬਾਂ ਪੜ੍ਹ ਕੇ, ਤੇ ਢੂੰਡਦਾ ਹਾਂ ਮੈਂ ਲਫ਼ਜ਼ ਐਸਾ ਜੋ ਰੋਜ਼ ਤਾਜ਼ਾ ਤਰੀਨ ਹੋਵੇ। ਇਹ ਇਹਦੇ ਚ ਨਾ ਮਤਲਬ ਦੇਖੋ ਹੁਣ ਮਤਲਬ ਕਵੀ ਮੀਡੀਅਮ ਹੁੰਦਾ ਹੈ ਨਾ, ਇਹਦੇ ਚ ਮਤਲਬ ਇੱਕ ਮੇਰੀ ਰੀਝ ਮਤਲਬ ਮੇਰੇ ਮਨ ਚ ਉੱਠੀ ਵੀ ਇਹਦੇ ਯਾਰ ਹੁਸੈਨ ਮਤਲਬ ਯਾਨੀ ਕਾਫੀਆ ਮਤਲਬ ਯਾਨੀ ਕਿ ਹੁਣ ਜੇ ਚਾਹੁੰਦਾ ਤਾਂ ਮੈਂ ਹੋ ਸਕਦਾ ਵੀ ਭੰਨ ਘੜ ਕਰਕੇ ਇਹ ਗਜ਼ਲ ਜਦੋਂ ਮੈਂ ਲਿਖੀ ਤਾਂ ਉਦਣ ਹੀ ਮਤਲਬ ਜਦੋਂ ਮਤਲਬ ਮੇਰੇ ਮਨ 'ਚ ਰੀਝ ਪੈਦਾ ਹੋ ਗਈ ਯਾਰ ਵੀ ਹੁਸੈਨ ਮਤਲਬ ਹੋਣਾ ਚਾਹੀਦਾ ਇਹਦੇ 'ਚ, ਪਤਾ ਨਹੀਂ ਕਿੱਥੋਂ ਅੰਦਰ ਮਤਲਬ। ਔਰ ਤੁਸੀਂ ਮਤਲਬ ਇਸ ਗੱਲ ਦਾ ਯਕੀਨ ਹੋਵੇ ਲਗਭਗ 20 ਸਾਲ 15 ਸਾਲ ਘੱਟੋ ਘੱਟ ਦੇ ਬਾਅਦ ਮਤਲਬ ਜਾਨੀ ਉਹ ਸ਼ੇਰ ਮਤਲਬ ਉਹ ਗਜ਼ਲ ਦੇ ਵਿੱਚ ਮੈਂ, ਕਿਉਂਕਿ ਮੈਂ ਉਹਦੇ ਨਾਲ ਕੋਈ ਧੱਕਾ ਨਹੀਂ ਕੀਤਾ। ਜੇ ਮੈਂ ਬਣਾਉਣਾ ਹੁੰਦਾ ਫਿਰ ਹੋਇਆ ਕਿ ਹੈ ਕੋਈ ਜੁਰਤ ਜਨੂਨ ਜਜ਼ਬਾ
ਹੂੰ ਹੈ ਕੋਈ ਜੁਰਤ, ਜਨੂਨ, ਜਜ਼ਬਾ, ਹੈ ਕੋਈ ਚਾਨਣ, ਚਿਰਾਗ, ਚਿਹਰਾ, ਕੀ ਜੋ ਮੈਥੋਂ ਵੱਧ ਕੇ ਬੇਬਾਕ ਹੋਵੇ, ਜੋ ਤੈਥੋਂ ਵੱਧ ਕੇ ਹਸੀਨ ਹੋਵੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਵਿਜੇ ਜੀ, ਜਦੋਂ ਵੀ ਤੁਸੀਂ ਤੁਹਾਨੂੰ ਕਦੇ ਮੁਸ਼ਾਇਰਿਆਂ 'ਚ ਪੜ੍ਹਦੇ ਸੁਣਿਆ, ਚਾਹੇ ਇੱਕ ਗਜ਼ਲ ਸੁਣ ਲਓ, ਚਾਹੇ 10, ਤੇ ਚਾਹੇ ਕੋਈ ਵੀ ਦਰਸ਼ਕ ਕਿਤੇੋਂ ਕੋਈ ਫਰਮਾਇਸ਼ ਕਰਦੇ ਆਹ ਸੁਣਾ ਦਿਓ, ਤੇ ਤੁਸੀਂ ਇੱਕ ਵਾਰੀ ਇਹ ਅੱਖਾਂ ਹਲਕੀਆਂ ਜੀਆਂ ਬੰਦ ਕਰਦੇ ਆ ਤੇ ਸਾਰੀ ਦੀ ਸਾਰੀ ਗਜ਼ਲ, ਤੇ ਮੈਨੂੰ ਲੱਗਦਾ ਸਾਰੀ ਦੀ ਸਾਰੀ ਕਿਤਾਬ ਚੱਪਾ ਕਪੂਰ ਤੁਹਾਡੇ ਐ ਚੇਤਿਆਂ 'ਚ ਵਸੀ ਹੋਈ ਆ, ਤੇ ਇੱਕ ਲਫ਼ਜ਼ ਇੱਧਰੋਂ ਉੱਧਰ ਨਹੀਂ ਹੁੰਦਾ। ਤੇ ਅਸੀਂ ਸਾਰੇ ਤੁਹਾਡੀ ਇਸ ਯਾਦਾਸ਼ਤ ਤੇ ਬਹੁਤ ਹੈਰਾਨ ਹੁੰਦੇ ਆ ਕਿ ਕੋਈ ਇੱਕ ਦੀ ਰਚਨਾ ਪੜ੍ਹਨ ਲਈ ਵੀ ਦੋ ਦੋ ਵਾਰ ਕਈ ਕਾਪੀਆਂ ਤੋਂ ਦੇਖਦੇ ਸ਼ਾਇਦ, ਤੇ ਤੁਸੀਂ ਇੰਨੇ ਵਹਾਅ 'ਚ, ਤੇ ਇਹ ਇਸ ਤਰ੍ਹਾਂ ਦੀ ਯਾਦਾਸ਼ਤ ਕਿਵੇਂ ਆਈ ਆ? ਇਹਦਾ ਕੀ ਰਾਜ਼ ਆ? ਮੇਰੇ ਵਾਸਤੇ ਜੀਵੰਤ ਫਨੋਮਨਾ ਹੈ, ਮਤਲਬ ਇਹ ਜਿਉਂਦੀਆਂ ਜਾਗਦੀਆਂ ਨਾ, ਮਤਲਬ ਜਾਣੀ ਕਿ ਮਤਲਬ ਚੀਜ਼ਾਂ ਨੇ ਜਿਹੜੀਆਂ ਰਚਨਾਵਾਂ ਨੇ। ਹੁਣ ਭਾਸ਼ਾ ਵੀ ਮੇਰੇ ਵਾਸਤੇ ਜੀਵੰਤ ਵਰਤਾਰਾ ਹੈ। ਇਹ ਮਤਲਬ ਜਾਣੀ ਕਿ ਜਿਵੇਂ ਮਨੁੱਖ ਨੇ ਉਸ ਤਰ੍ਹਾਂ ਮੇਰੇ ਮਤਲਬ ਜਾਣੀ ਇਹ ਸਾਥੀ ਨੇ। ਕੁਛ ਹੋਰ ਸ਼ਾਇਰਾਂ ਦੀਆਂ ਵੀ ਮਤਲਬ ਮੇਰੀਆਂ ਸਾਥੀ ਨੇ, ਉਹ ਵੀ ਵਿੱਚ ਉਹ ਇੱਕ ਮਤਲਬ ਜਾਣੀ ਕਿ ਨਾ ਮੇਲਾ ਹੈ ਨਾ, ਜਾਂ ਮਤਲਬ ਜਾਣੀ ਕਿ ਉਹ ਇੱਕ ਬਸਤੀ ਆ, ਤੇ ਵੀ ਮੈਂ ਜਿਹਨੂੰ ਆਵਾਜ਼ ਮਾਰਦਾ ਕੀ ਬਾਤ ਹੈ, ਤੇ ਉਹ ਮੇਰੇ ਸਾਹਮਣੇ ਆ ਕੇ ਫਿਰ ਖੜੀ ਹੋ ਜਾਂਦੀ ਆ, ਕੀ ਬਾਤ, ਤੇ ਮੈਂ ਉਹਨੂੰ ਪੜ੍ਹ ਲੈਂਦਾ। ਠੀਕ ਹੈ, ਉਹ ਕੋਈ ਮਤਲਬ ਰੱਟਾ ਜਾਂ ਉਸ ਤਰ੍ਹਾਂ ਰੱਟਾ ਹੋ ਨਹੀਂ ਸਕਦਾ। ਤੁਸੀਂ ਬਹੁਤ ਯਾਨੀ ਕਿ ਵੱਡੀਆਂ ਵਹਿਰਾਂ ਦੀਆਂ ਗਜ਼ਲਾਂ ਲਿਖੀਆਂ, ਜਿਹੜੀਆਂ ਕਿ ਇੱਕ ਇੱਕ ਸਤਰੀ ਇੱਕ ਜੋ ਉਹ ਸੀ, ਤੁਸੀਂ ਜੇ ਸਾਂਝੀ ਕਰੋ ਦਰਸ਼ਕਾਂ ਨੂੰ, ਬਹੁਤ ਵੱਡੀ ਬਹਿਰ ਦੀ, ਬਹੁਤ ਲੰਬੀਆਂ। ਹਾਂ, ਇਹਨੂੰ ਬਹੁਤ ਸੁਣਿਆ ਗਿਆ। ਇਹ ਅਚਨਚੇਤੀ ਵੇਖੋ ਹੁਣ ਮਤਲਬ ਇਸ ਤਰ੍ਹਾਂ ਦੀ ਗਜ਼ਲ। ਹੁਣ ਤੁਹਾਨੂੰ ਕਹਾਂ, ਤੁਸੀਂ ਹੁਣ ਉਵੇਂ ਸੁਣਾ ਦੋਗੇ, ਇੱਕ ਦੋ ਸ਼ੇਰ ਸੁਣਾ ਹੀ ਦਿਓ। ਹਾਂਜੀ, ਚਲੋ ਮਤਲਬ ਜਾਨੀ 2 4 5 6 ਜਿੰਨੇ ਵੀ ਮੈਂ। ਅੱਛਾ, ਉਹ ਹੈ ਕਿ ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ। ਕੀ ਬਾਤ। ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ। ਜਿਸਮ ਤੇ ਵੱਜਦੇ ਪੱਥਰਾਂ ਚੋਂ ਵੀ ਸੁਣ ਸਕਦੀ ਹੈ ਤਾਲ ਕੋਈ ਤਾਂ। ਦਿਲ ਦੇ ਜੰਗਲ ਦੇ ਵਿੱਚ ਲੱਗੀ ਅੱਗ ਵਿੱਚ ਗੀਤ ਵੀ ਹੋ ਸਕਦੇ ਨੇ। ਉਹ ਮਨ ਦੇ ਰੇਗਿਸਤਾਨ 'ਚ ਵੀ ਸਰਗਮ ਦਾ ਚਸ਼ਮਾ ਫੁੱਟ ਸਕਦਾ ਹੈ। ਰੂਹ ਦੇ ਰੁੱਖ ਤੋਂ ਝੜਦੇ ਪੱਤੇ ਇੱਕ ਸੰਗੀਤ ਵੀ ਹੋ ਸਕਦਾ। ਕੀ ਬਾਤ, ਕੀ ਬਾਤ। ਸਾਗਰ ਵੱਲ ਨੂੰ ਵਹਿੰਦੇ ਪਾਣੀ ਪਰਬਤ ਵੱਲ ਵੀ ਮੁੜ ਸਕਦੇ ਨੇ। ਪੌਣਾ ਵਿੱਚ ਭਟਕਦੇ ਪੱਤੇ ਮੁੜ ਸ਼ਾਖਾਂ ਸੰਗ ਜੁੜ ਸਕਦੇ ਨੇ। ਸੁੱਚਾ ਹੋਵੇ ਇਸ਼ਕ ਦਾ ਜਜ਼ਬਾ, ਜੇਕਰ ਸਿਦਕ ਮੁਕੰਮਲ ਹੋਵੇ, ਤਤੀ ਤਵੀ ਤੇ ਭਟਦਾ ਰੇਤਾ ਠੰਡੇ ਸੀਤ ਵੀ ਹੋ ਸਕਦੇ ਨੇ। ਕੀ ਬਾਤ, ਕੀ ਬਾਤ। ਔਰ ਕੀ ਉਸ ਲਿਖਿਆ, ਕੀ ਉਸ ਪੜ੍ਹਿਆ, ਕੀ ਮੈਂ ਸੁਣਿਆ, ਕੀ ਤੂੰ ਆਖਿਆ, ਕੀ ਸਿਰਲੇਖ ਕਹਾਣੀ ਕਿਸ ਦੀ, ਕਾਹਦਾ ਸਾਰ ਤੇ ਕਵਣ ਵਿਆਖਿਆ। ਇੱਕੋ ਅੱਖਰ ਚੋਂ ਮਿਲ ਸਕਦਾ ਹੈ ਆਪਣੇ ਹੋਣ ਥੀਣ ਦਾ ਮਕਸਦ। ਔਰ ਸਭੇ ਵੇਦ ਕਤੇਬ ਮਹਿਜ਼ ਇੱਕ ਬਾਤਚੀਤ ਵੀ ਹੋ ਸਕਦਾ। ਕੀ ਬਾਤ, ਕੀ ਬਾਤ, ਬਹੁਤ ਖੂਬ। ਔਰ ਆਪਣੇ ਆਪਣੇ ਸ਼ੀਸ਼ੇ ਸਭ ਦੇ, ਆਪਣੀ ਆਪਣੀ ਅੱਖ ਹੈ ਯਾਰਾ। ਸਭ ਦਾ ਇਸ ਥਾਂ ਵਿਚਰਨ ਦਾ ਅੰਦਾਜ਼ ਹੀ ਵੱਖੋ ਵੱਖ ਹੈ ਯਾਰਾ। ਮੈਂ ਤੇਰੇ ਬਲਦੇ ਬੋਲਾਂ ਚੋਂ ਵੀ ਸੂਹੇ ਫੁੱਲ ਚੁਣ ਸਕਦਾ ਹਾਂ। ਤੈਨੂੰ ਮੇਰੇ ਅਥਰੂ ਪੱਥਰ ਜੇ ਪ੍ਰਤੀਤ ਵੀ ਹੋ ਸਕਦਾ। ਕੀ ਬਾਤ, ਕੀ ਬਾਤ, ਬਹੁਤ ਖੂਬ, ਬਹੁਤ ਖੂਬ। ਔਰ ਹਰ ਪਲ, ਹਰ ਥਾਂ, ਹਰ ਸ਼ੈ ਦਾ ਹੀ ਰੂਪ ਬਦਲਦਾ ਰਹਿੰਦਾ ਹੈ ਇੱਥੇ। ਹਰ ਪਲ, ਹਰ ਥਾਂ, ਹਰ ਸ਼ੈ ਦਾ ਹੀ ਰੂਪ ਬਦਲਦਾ ਰਹਿੰਦਾ ਹੈ ਇੱਥੇ। ਮਿੱਟੀ ਸੋਨੇ ਵਿੱਚ, ਸੋਨਾ ਮਿੱਟੀ ਵਿੱਚ ਢਲਦਾ ਰਹਿੰਦਾ ਹੈ ਇੱਥੇ। ਕੌਣ ਕਿਸੇ ਦਾ ਯਾਰ ਹੈ ਇੱਥੇ, ਸਭ ਕੁਝ ਬਦਲਣਹਾਰ ਹੈ ਇੱਥੇ। ਜਿਹੜੇ ਅੱਜ ਅਨੁਕੂਲ ਨੇ ਉਹ ਭਲਕੇ ਵਿਪਰੀਤ ਵੀ ਹੋ ਸਕਦੇ। ਕੀ ਬਾਤ, ਕੀ ਬਾਤ, ਕੀ ਬਾਤ। ਪਰ ਇੱਕ ਸ਼ੇਰ ਵੇਖਣਾ ਕਿ ਘੁੰਡ ਹਟਾ ਕੇ, ਪਰਦੇ ਲਾ ਕੇ, ਕੀ ਬਾਤ, ਫਿਕਰ ਮੁਕਾ ਕੇ ਮਿਲ ਸਕਦੇ ਹੋ। ਜੋ ਕਹਿੰਦੇ ਸਨ ਸਾਨੂੰ ਮੌਤੋਂ ਅੱਗੇ ਆ ਕੇ ਮਿਲ ਸਕਦੇ ਹੋ। ਮੇਲ ਰਹੇ ਨੇ ਨਾਗਾਂ ਅੱਗੇ ਬਣ ਕੇ ਬੀਨਾ ਬੰਸਰੀਆਂ ਉਹ।
ਭੇਦ ਨਹੀਂ ਸੀ ਇਹ ਜੋਗੀ ਇੰਨੇ ਭੈ ਭੀਤ ਭੀਤ ਵੀ ਹੋ ਸਕਦੇ ਨੇ। ਕਿਆ ਬਾਤ ਹੈ, ਕਿਆ ਬਾਤ, ਬਹੁਤ ਔਰ ਦਿਨ ਚੜਿਆ ਤਾਂ ਦਿਨ ਆਖਿਆ ਮੈਂ, ਰਾਤ ਪਈ ਤਾਂ ਰਾਤ ਕਹੀ ਹੈ, ਜਿਸ ਤੇ ਮੈਨੂੰ ਭੋਰਾ ਸ਼ੱਕ ਨਹੀਂ, ਮੈਂ ਓਨੀ ਹੀ ਬਾਤ ਕਹੀ ਹੈ। ਫਿਰ ਜੋ ਆਏ ਮੇਰੇ ਹਿੱਸੇ, ਮੈਨੂੰ ਕੀ ਚਿੰਤਾ ਉਹ ਕਿੱਸੇ, ਛਿਣ ਭੰਗਰ ਵੀ ਹੋ ਸਕਦੇ ਨੇ, ਕਾਲਾਤੀਤ ਵੀ ਹੋ ਸਕਦੇ ਨੇ, ਜਿਸਮ ਤੇ ਵੱਜਦੇ ਪੱਥਰਾਂ ਚੋਂ। ਔਰ ਤੁਸੀਂ ਦੇਖੋ ਵੀ ਇਸ ਤਰ੍ਹਾਂ ਦੀ ਗਜ਼ਲ ਇੰਨਾ ਵੀ ਕੋਸ਼ਿਸ਼ ਨਾਲ, ਇੰਨੀ ਰਵਾਨਗੀ ਤੇ ਕਿਆ ਫਲੋ ਵੀ ਕੋਸ਼ਿਸ਼ ਨਾਲ ਨਹੀਂ, ਜਿਹਨੂੰ ਆਖੇ ਬਈ ਇਹ ਬਹੁਤ ਸਾਰੀ ਗਜ਼ਲ ਤਾਂ ਅਖਬਾਰੀ ਖਬਰਾਂ ਤੇ ਹੋਰ ਚੀਜ਼ਾਂ ਬਣਾ ਕੇ ਜਿਹੜੀ ਕਹਿੰਦੇ ਨਾ ਤੁਸੀਂ ਜੋੜਨ ਵਾਲੀ, ਪੰਜਾਬੀ ਚ ਜੋੜਨ ਵਾਲੀ, ਤੁਕਾਂ ਜੋੜਨ ਵਾਲੀ ਗਜ਼ਲ ਜਾਂ ਹੋਰ ਨਹੀਂ, ਉਹ ਗਜ਼ਲ ਮਤਲਬ ਹੈ ਨਹੀਂ, ਗਜ਼ਲ ਇੱਕ ਅਵਸਥਾ ਦਾ ਬਸ ਨਾਮ, ਅਵਸਥਾ ਦਾ ਨਾਮ ਆ ਗਜ਼ਲ। ਬਹੁਤ ਸਾਰਾ ਮਤਲਬ ਪੰਜਾਬੀ ਦੇ ਵਿੱਚ ਹੁਣ ਉਹ ਨਹੀਂ, ਜਿਸ ਚੀਜ਼ ਨੂੰ ਤੁਸੀਂ ਤਾਂ ਆਪ ਗਜ਼ਲ ਕੋ ਤੁਹਾਨੂੰ ਐਕਸਪੀਰੀਅੰਸ ਹੈ ਇਸ ਗੱਲ ਦਾ ਵੀ ਇਹ ਮਤਲਬ ਨਹੀਂ, ਬਹੁਤ ਸਾਰੇ ਲੋਕਾਂ ਨੇ ਮਤਲਬ ਇਹਦਾ ਵਿਰੋਧ ਵੀ ਕੀਤਾ, ਜਿਵੇਂ ਆਪਣਾ ਗੁਰਬਚਨ ਹੈ ਹਨਾ, ਗੁਰਬਚਨ ਨੇ ਕਾਫੀ ਸਾਰਾ ਵਿਰੋਧ ਕੀਤਾ ਵੀ ਇਹ ਉਹਦਾ ਕਹਿਣਾ ਵੀ ਇਹ ਕਾਫੀਆ ਮਤਲਬ ਪਹਿਲਾਂ ਰੱਖ ਕੇ ਮਤਲਬ ਹਾਂ ਉਹਦੇ ਨਾਲ ਅੱਗੇ ਤੋਂ ਅੱਗੇ ਜੋੜੀ ਜਾਂਦੇ ਪਹਿਲਾਂ ਕਾਫੀਆ ਮਤਲਬ ਉਹਦੇ ਲੈ ਆਉਂਦੇ ਨੇ ਮਤਲਬ ਅੱਗੇ, ਤੇ ਫਿਰ ਮਤਲਬ ਉਹਦੇ ਨਾਲ ਮਤਲਬ ਜਾਨੀ ਚਨਾਈ ਕਰੀ ਜਾਂਦੇ ਆ ਵੀ ਹਾਂ ਵੀ ਇਹ ਚਨਾਈ ਮਤਲਬ ਇਸ ਤਰ੍ਹਾਂ ਦੀ ਹੁੰਦੀ ਹੈ, ਔਰ ਇਹ ਇਸ ਤਰ੍ਹਾਂ ਹੁੰਦਾ ਤੇ ਤਾਂ ਕਰਕੇ ਗੁਰਬਚਨ ਦੀ ਜ਼ਰੂਰਤ ਪਈ ਮੈਨੂੰ ਇਹ ਗੱਲ ਕਹਿਣ ਦੀ, ਐਕਚੁਅਲੀ ਵੱਡੇ ਪੱਧਰ ਤੇ ਹੋ ਰਿਹਾ ਜਿਹੜੀ ਚੀਜ਼ ਸਾਹਮਣੇ ਆਉਂਦੀ ਆ, ਉਹਨੂੰ ਮਤਲਬ ਇਸ ਗੱਲ ਦਾ ਨਹੀਂ ਪਤਾ ਵੀ ਮਤਲਬ ਕਾਫੀਆ ਤਾਂ ਕਈ ਵਾਰੀ ਯਾਦ ਵੀ ਨਹੀਂ ਹੁੰਦਾ। ਦੂਜੀ ਗੱਲ ਵੀ ਜੇ ਇਉਂ ਵੀ ਮਤਲਬ ਜਿਹੜਾ 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 ਮਤਲਬ ਰੀਅਲ ਪੋਇਟ ਹੈ, ਜਿਹੜਾ ਅਸਲ ਸ਼ਾਇਰ ਹੈ, ਵੀ ਜੇ ਉਹ ਇਉਂ ਵੀ ਕਰਦਾ ਤਾਂ ਉਹ ਮਤਲਬ ਜਾਨੀ ਕਿ ਜਦੋਂ ਕਾਫੀਆ ਇਸ ਤਰ੍ਹਾਂ ਮਤਲਬ ਜਾਨੀ ਉਹ ਕਿਤੇ ਮਤਲਬ ਰੱਖ ਲੈਂਦਾ ਤਾਂ ਦੈਨ ਮਤਲਬ ਜਾਨੀ ਕਿ ਉੱਥੇ ਸਪੇਸ ਪੈਦਾ ਹੋਣ ਦਿੰਦਾ। ਉਹ ਨਹੀਂ ਕਰਦਾ, ਉਹ ਕਹਿੰਦਾ ਯਾਰ ਕਾਫੀਆ ਪਿਆ ਤੇ ਮੈਂ ਕੁਛ ਨਹੀਂ ਕਰਨਾ, ਵੀ ਇੱਥੇ ਸਪੇਸ ਹੈ ਤੇ ਸ਼ਬਦਾਂ ਨੇ ਆਪ ਡਿੱਗਣਾ, ਚੀਜ਼ਾਂ ਨੇ ਆਪ ਇੱਥੇ ਆਪਣੀ ਵੀ ਸ਼ਬਦਾਂ ਨੇ ਇੱਥੇ ਆਪ ਡਿੱਗਣਾ ਫਿਰ ਸ਼ੇਰ ਹੋਣਾ, ਅਦਰਵਾਈਜ਼ ਇਹ ਕਾਫੀਆ ਪਿਆ ਤਾਂ ਪਿਆ ਰਵੇ। ਹੁਸੈਨ ਵਾਲੀ ਗੱਲ ਮੈਂ ਤੁਹਾਨੂੰ ਕਹਿੰਦਾ ਵੀ ਹੁਸੈਨ ਵਾਲਾ ਪਿਆ ਸੀ ਕਾਫੀਆ, ਪਰ ਸ਼ਬਦ ਜਦੋਂ ਡਿੱਗੇ ਆਪਣੇ ਆਪ ਡਿੱਗੇ ਤਾਂ ਉਹ ਸ਼ੇਰ ਬਣਿਆ, ਔਰ ਗਜ਼ਲ ਦਾ ਸਭ ਤੋਂ ਬਿਊਟੀਫੁਲ ਸ਼ੇਰ ਬਣਿਆ ਹਨਾ। ਉਹ ਤਾਂ ਫਿਰ ਖਿੱਚ ਕੇ ਸ਼ਬਦ ਲਿਆਉ ਜਾਓਗੇ ਤਾਂ ਮਤਲਬ ਬਹੁਤ ਲੋਕ ਕਿਉਂ ਕਰ ਰਹੇ ਨੇ ਮਤਲਬ ਜਿਹੜੀ ਉਹ ਮੀਟਰ ਦਾ ਜੋ ਹੈ ਇੱਕ ਸਹਿਜ ਮਤਲਬ ਹੈ, ਮੈਨੂੰ ਬਹੁਤਾ ਗਿਆਨ ਨਹੀਂ, ਹੋ ਸਕਦਾ ਦੂਜੀਆਂ ਗਜ਼ਲਾਂ ਚੋਂ ਉਹ ਮੀਰ ਮੇਖ ਉਹਦੇ ਚੋਂ ਐ ਕਰਕੇ ਮਤਲਬ ਕੱਢ ਦੇਣ ਹਨਾ, ਪਰ ਮਤਲਬ ਯਾਨੀ ਕਿ ਪਤਾ ਨਹੀਂ ਅੰਦਰ ਕਿਤੇ ਸਹਿਜ ਰੂਪ ਦੇ ਵਿੱਚ ਨਹੀਂ। ਤੁਸੀਂ ਇਹਦੀ ਜਿਸ ਤਰ੍ਹਾਂ ਗਜ਼ਲ ਦੇ ਵਿੱਚ ਖਾਸ ਤੌਰ ਤੇ ਇੱਕ ਉਸਤਾਦ ਧਾਰਨ ਦੀ ਜਾਂ ਰੂਜ਼ ਸਾਰਾ ਕੁਝ ਸਿੱਖਣ ਦੀ ਇਦਾਂ ਦਾ ਕਿਸੇ ਤੋਂ ਬਹਿਰ ਵਜ਼ਨ ਨਹੀਂ, ਤੁਸੀਂ ਸਾਰੇ ਉਸਤਾਦ ਮੇਰੇ ਬਾਬਾ ਫਰੀਦ ਤੋਂ ਲੈ ਕੇ ਤੇ ਮਤਲਬ ਮਨਜੀਤਪੁਰੀ ਤਾਈਂ ਸਾਰੇ ਮੇਰੇ ਉਸਤਾਦ ਹੈ। ਕੋਈ ਬਹਿਰ ਵਜ਼ਨ ਦਾ ਤੁਸੀਂ ਕਿਤੇ ਨਹੀਂ ਮੈਂ ਸਿੱਖਿਆ ਨਹੀਂ, ਉਸ ਤੋਂ ਬਾਅਦ ਮਤਲਬ ਜਾਨੀ ਕਿ ਜਦੋਂ ਤੁਸੀਂ ਕਹਿੰਦੇ ਵੀ ਮਤਲਬ ਮੇਰਾ ਨਾਮ ਬਣ ਚੁੱਕਿਆ ਸੀ, ਮਤਲਬ ਉਸ ਤੋਂ ਬਾਅਦ ਮੈਂ ਮੇਰੇ ਸਮਝ ਨਹੀਂ ਆਈਆਂ। ਦੀਪਕ ਜਦੋਈ ਸਾਹਿਬ ਦੀ ਗਜ਼ਲ ਕੀ ਹੈ ਮੈਂ ਪੜ੍ਹੀ, ਉਹ ਜੋ ਮਤਲਬ ਉਹਦੇ ਚ ਗੱਲਾਂ ਬਾਤ, ਉਹ ਪਹਿਲੀ ਗੱਲ ਤਾਂ ਮੈਨੂੰ ਬੋਰ ਲੱਗੀ ਤੇ ਮੈਂ ਮਤਲਬ ਛੱਡਤੀ, ਮੈਂ ਜਿੰਨੀ ਪੜ੍ਹਨ ਦੀ ਕੋਸ਼ਿਸ਼ ਕੀਤੀ ਵੀ ਮੈਂ ਮਤਲਬ ਜਾਨੀ ਕਿ ਉਹ ਮੇਰੇ ਮਤਲਬ ਸ਼ਬਦ ਮੁਹਤਰਕ ਤੇ ਮਤਲਬ ਸਾਕਨ ਤੇ ਫਲਾਨਾ ਉਹ ਮੈਨੂੰ ਹਾਲੇ ਤੱਕ ਨਹੀਂ ਪਤਾ ਵੀ ਇਹ ਕੀ ਹੁੰਦਾ ਹੈ। ਇਹ ਤਾਂ ਫਿਰ ਮਤਲਬ ਹਾਲਾਂਕਿ ਮੈਂ ਗਜ਼ਲਾਂ ਜਿਹੜੀਆਂ ਲਿਖੀਆਂ ਉਹ ਇਹਨਾਂ ਉਸਤਾਦਾਂ ਨੇ ਮਤਲਬ ਉਹ ਬਹਿਰ ਨਹੀਂ ਅਜ਼ਮਾਏ ਹੋਏ, ਨਹੀਂ ਵਰਤੇ ਹੋਏ, ਹੋ ਸਕਦਾ ਕਿ ਮਤਲਬ ਜਾਨੀ ਉਹ ਜਿਹੜੀ ਉਹ ਗਜ਼ਲ ਬਹੁਤ ਘੱਟ ਲੋਕਾਂ ਨੇ ਵੀ ਉਹ ਇੱਥੇ ਕੌਣ ਸ਼ਾਇਰ ਹੈ ਨਾ ਮੁਰਾਦ ਤੇ ਆਪਣੇ ਮੂੰਹ ਮੀਆਂ ਮਿੱਠ, ਕਿਉਂਕਿ ਮੈਂ ਤਾਂ ਲਿਖਿਆ ਹੀ ਕੁਛ ਨਹੀਂ। ਇਹ ਹੁਣ ਪੂਰਾ ਮਤਲਬ ਤਾਂ ਪੂਰਾ ਕਰ ਦਿਓ। ਹਾਂ, ਇੱਥੇ ਕੌਣ ਸ਼ਾਇਰ ਹੈ ਨਾ ਮੁਰਾਦ, ਇੱਥੇ ਕਿਸ ਨੂੰ ਕਵਿਤਾ ਦੀ ਭਾਲ ਹੈ, ਇਹ ਤਾਂ ਐਵੇਂ ਤੇਰੇ ਵਿਯੋਗ ਵਿੱਚ ਮੇਰੇ ਦਿਲ ਚੋਂ ਉੱਠਿਆ ਉਬਾਲ ਹੈ। ਸਾਡਾ ਇਸੇ ਤਰ੍ਹਾਂ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ, ਬਹੁਤ ਲੋਕਾਂ ਦੇ ਚੇਤਿਆਂ 'ਚ ਵਸਿਆ ਹੋਇਆ ਆ, ਉਮਰ ਭਰ ਤਾਂਘਦੇ ਰਹੇ ਦੋਵੇਂ, ਫਾਸਲਾ ਸੀ ਕਿ ਮਿਟਿਆ ਨਾ ਗਿਆ, ਮੈਂ ਤੈਨੂੰ ਦੌੜ ਕੇ ਨਾ ਮਿਲ ਸਕਿਆ, ਤੇਥੋਂ ਖੜ ਕੇ ਉਡੀਕਿਆ ਨਾ ਗਿਆ। ਉਡੀਕ ਜਿਹੜੀ ਆ ਕਦੇ ਪੂਰੀ ਹੋ ਸਕਦੀ ਆ ਵੀ ਜੇ ਕੋਈ ਮਿਲ ਵੀ ਪਏ ਤੇ ਤਾਂ ਵੀ ਮਿਲਿਆ ਜਾ ਸਕਦਾ ਕਿਸੇ ਨੂੰ।
ਔਰ ਟੇਢਾ ਮਤਲਬ ਨਹੀਂ ਕਾਫੀ ਸਵਾਲ ਹੈ ਜਿਵੇਂ ਉਹਦੇ ਚ ਹੈ ਵੀ ਤੇਤੋਂ ਖੜ ਕੇ ਉਡੀਕਿਆ ਨਾ ਗਿਆ, ਹਾਂ ਹੈਨਾ, ਜੇ ਉਡੀਕ ਵੀ ਲੈਂਦਾ ਫਿਰ ਵੀ ਕਿਸੇ ਨੂੰ ਕਦੇ ਐ ਮਿਲਿਆ ਜਾ ਸਕਦਾ। ਹਾਂ ਮਤਲਬ ਕਿ ਦੇਖੋ ਨਹੀਂ ਉਡੀਕਣਾ ਹੀ ਨਹੀਂ ਸੀ, ਮਤਲਬ ਕਿ ਜਿਹਦੀ ਉਹਦੀ ਡਾਈਮੈਂਸ਼ਨ ਸੀ, ਮੇਰੀ ਡਾਈਮੈਂਸ਼ਨ ਹੀ ਵੱਖਰੀ ਸੀ, ਉਹਦੀ ਡਾਈਮੈਂਸ਼ਨ ਹੀ ਵੱਖਰੀ ਸੀ। ਯਾਨੀ ਮੈਂ ਜਾਂ ਉਹ ਹੈ ਜਿਹੜੇ ਮਤਲਬ ਵੀ ਇੱਕ ਦੀ ਡਾਈਮੈਂਸ਼ਨ ਹੀ ਮਤਲਬ ਹੋਰ ਹੈ, ਉਹ ਦੌੜ ਨਹੀਂ ਸਕਦਾ, ਉਹਦੀ ਮਜਬੂਰੀ ਕਹਿ ਲਓ, ਉਹਦੀ ਆਦਤ ਕਹਿ ਲਓ, ਹਨਾ, ਉਹਦੀ ਮਤਲਬ ਜਾਣੀ ਤੁਸੀਂ ਜੋ ਵੀ ਉਹਦੀ ਸਿਫਤ ਕਹਿ ਲਓ, ਉਹਦੀ ਖਾਮੀ ਕਹਿ ਲਓ, ਵੀ ਉਹ ਦੌੜ ਕੇ ਨਹੀਂ, ਹਾਂ ਦੂਸਰੇ ਦੀ ਉਹਨੂੰ ਵੀ ਸਿਫਤ ਕਹਿ ਲਓ ਜਾਂ ਖਾਮੀ, ਵੀ ਉਹ ਖੜ ਨਹੀਂ ਸਕਦਾ, ਹਨਾ। ਤੇ ਦਿਨ ਮਤਲਬ ਜਾਣੀ ਫਿਰ ਉਹ ਮੁਲਾਕਾਤ ਸੰਭਵ ਨਹੀਂ ਹੈਗੀ ਮੈਨੂੰ, ਤੇ ਤਾਂਹੀਏ ਮੈਨੂੰ ਸ਼ਾਇਦ ਕਿਤੋਂ ਹੁਣ ਐ ਨਿਕਲੇ ਗੱਲ। ਵਿਜੇ ਜੀ, ਤੁਹਾਡੀਆਂ ਗਜ਼ਲਾਂ 'ਚ ਖਾਸ ਤੌਰ ਤੇ ਜਿਹੜਾ ਸੈਲਫ ਬੰਦੇ ਦਾ ਸਵੈ, ਆਪਣੇ ਆਪ ਨੂੰ ਐ ਜਿਵੇਂ ਨਾ ਬੰਦਾ ਫਨਾਹ ਕਰਨ ਤੇ ਕਿ ਉਹਦਾ ਉਸ ਦੀ ਜਿਹੜੀ ਪੇਸ਼ਕਾਰੀ ਐਡੀ, ਜਿਹੜਾ ਤੁਸੀਂ ਕਹਿੰਦੇ ਨਾ ਵਿਯੋਗ ਝੁੱਠਿਆ ਵਾਲ ਆ, ਤੇ ਉਹਦੇ 'ਚ ਆਪਣੇ ਆਪ ਨੂੰ ਮਿਟਾ ਦੇਣ ਦਾ ਜਿਹੜਾ ਇੱਕ ਤਰ੍ਹਾਂ ਦਾ ਜਜ਼ਬਾ ਜਾਂ ਪੈਸ਼ਨ ਚੀਜ਼ ਪੇਸ਼ ਹੁੰਦੀ ਆ, ਉਹ ਐਡੀ ਕਮਾਲ ਦੀ ਆ ਕਿ ਉਹਦੇ ਬਾਰੇ ਮੈਨੂੰ ਯਾਦ ਆ ਰਿਹਾ, ਇੱਕ ਵਾਰੀ ਡਾਕਟਰ ਸਰਜੀਤ ਗੱਲ ਕਰਦੇ ਕਹਿੰਦੇ ਸੀਗੇ ਵੀ ਵਿਜੇ ਵਿਵੇਕ ਜਿਹੜਾ ਨਾ, ਇਹ ਆਪਣੇ ਪਾਠਕ ਤੇ ਇੱਕ ਤਰ੍ਹਾਂ ਨਾਲ ਤਸ਼ੱਦਦ ਕਰਦਾ, ਵੀ ਏਡੀ ਉਹਨੂੰ ਪੀੜ ਦੇ ਵਿੱਚ ਦੀ ਲੰਘਾਉਂਦਾ ਕਿ ਬਸ ਉਹਦੇ 'ਚ ਹੀ ਕਿਤੇ ਗੁੰਮ ਗਵਾਚ ਜਾਂਦਾ। ਮਤਲਬ ਦੇਖੋ ਹੁਣ ਮਤਲਬ ਜਿਹੜੀ ਮੈਨੂੰ ਲੱਗਦਾ ਵੀ ਜੇ ਮਤਲਬ ਸਾਡੇ ਸੂਫੀ ਦੀ ਗੱਲ ਕਰੀਏ ਤਾਂ ਸੂਫੀ ਦੇ ਵਿੱਚ ਜਿਹੜੀ ਫਨਾਹ ਦੀ ਮਤਲਬ ਜਾਣੀ ਕਿ ਪਈ ਹੋਈ ਹੈ ਨਾ, ਜਿਹੜੀ ਲਾਸਟ ਅਵਸਥਾ ਹੈ ਮਤਲਬ ਆਸ਼ਕ ਦੀ, ਉਹ ਫਨਾਹ ਦੀ ਅਵਸਥਾ ਹੈ। ਜਿੰਨਾ ਚਿਰ ਮਤਲਬ ਫਨਾਹ ਨਹੀਂ ਹੈਗਾ ਉਹਨਾਂ ਚਿਰ ਉਹ ਅੱਡ ਹੀ ਹੈ, ਮਹਿਬੂਬ ਨਾਲੋਂ ਮਾਸ਼ੂਕ ਨਾਲੋਂ ਜਾਣੀ ਮੈਨੂੰ ਵੱਖਰਾ ਹੀ ਆ, ਹਨਾ। ਤੇ ਕਿਤੇ ਨੂੰ ਮਤਲਬ ਉਹ ਜਿਹੜੀ ਰੰਗ ਹੈ ਉਹ ਮੈਨੂੰ ਐ ਵੀ ਲੱਗਦਾ ਵੀ ਐਕਚੁਅਲੀ ਵੀ ਆਈ ਸੈਂਸ ਹੈ ਜਿਹੜੀ, ਜਿਹਨੂੰ ਆਪਾਂ ਮੈਂ ਭਾਵ ਕਹਿੰਦੇ ਆ, ਵੀ ਇਹ ਆਪਣੇ ਆਪ ਨੂੰ ਕਿਤੇ ਡੋਬਣਾ ਮਤਲਬ ਚਾਹੁੰਦੀ ਹੁੰਦੀ ਆ, ਉਹਦੇ ਨਾਲੋਂ ਵੱਡਾ ਚਾਹੀਦਾ ਹੁੰਦਾ, ਹਨਾ। ਤੇ ਉਹਦੀ ਮਤਲਬ ਯਾਨੀ ਕਿ ਮਰਜ਼ੀ ਵੀ ਚਾਹੀਦੀ ਹੁੰਦੀ ਹੈ ਵੀ ਉਹ ਐਕਸੈਪਟ ਕਰੇ, ਤਾਂ ਮਤਲਬ ਜਾਨੀ ਜੇ ਤੁਹਾਨੂੰ ਮਤਲਬ ਉਹ ਸਮੁੰਦਰ ਐਕਸੈਪਟ ਹੀ ਨਹੀਂ ਕਰ ਰਿਹਾ ਤੇ ਉਹਦੇ ਵਰਗਾ ਹੋਣਾ ਪੈਂਦਾ, ਉਹ ਨਥਿੰਗਨੈਸ ਹੈ। ਤਾਂ ਦੈਨ ਮਤਲਬ ਜਾਨੀ ਕਿ ਉਹ ਭਾਵੇਂ ਕੋਈ ਬੰਦਾ ਹੋਵੇ ਜਾਂ ਕੋਈ, ਤੁਸੀਂ ਉਹਦੇ ਵਿੱਚ ਤੁਹਾਡੇ ਫਨਾਹ ਹੋਣਾ ਮਤਲਬ ਚਾਹੁੰਦੇ, ਤਾਂ ਉਹਦੇ ਉਸ ਮਤਲਬ ਭਾਵਨਾ ਦੇ ਵਿੱਚੋਂ ਮਤਲਬ ਉਹ ਜਿਹੜੀ ਗੱਲ ਉਹ ਤਸ਼ੱਦਦ ਜਿਹਨੂੰ ਕਿਹਾ ਗਿਆ ਮਤਲਬ ਉਹਨਾਂ ਦੀ ਗੱਲ ਆਪਾਂ ਮੰਨ ਲੈਂਦੇ ਹਾਂ ਵੀ ਉਹ ਹੈ ਤਾਂ ਪਿਆਰ, ਵੈਸੇ ਤਸ਼ੱਦਦ ਨਹੀਂ। ਮਤਲਬ ਉਹ ਚਾਹੁੰਦਾ ਵੀ ਮਤਲਬ ਵੀ ਜਿਹੜਾ ਚੂਹਾ ਭਾਈ ਉਹ ਐਸ ਖੱਡ 'ਚ ਹੈ, ਵੀ ਐਵੇਂ ਨਾ ਮਤਲਬ ਜਿਹੜੀ ਉਹ ਦੂਜੀਆਂ ਖੱਡਾਂ 'ਚ ਨਾ ਤੁਸੀਂ ਐਵੇਂ ਮਤਲਬ ਸੁੰਨੀਆਂ ਖੱਡਾਂ 'ਚ ਨਾ ਮਾਰਦੇ ਫਿਰੋ। ਮਤਲਬ ਆਹ ਹੀ ਹੈ ਟਰਾਂਸਫਾਰਮੇਸ਼ਨ ਜੋ ਕਵਿਤਾ ਦੀ ਜਿਹੜੀ ਕਵਿਤਾ ਰੂਪਾਂਤਰਨ ਕਰਦੀ ਹੈ ਮਤਲਬ ਪਾਠਕ ਦਾ, ਉਹਦੇ ਵਾਸਤੇ ਮਤਲਬ ਜਾਣੀ ਤਸ਼ੱਦਦ ਵੀ ਕਰਨਾ ਮੈਨੂੰ ਜਾਣੀ ਕਿ ਪੈਂਦਾ ਹੈ, ਹਨਾ। ਉਹ ਅਦਰਵਾਈਜ਼ ਤਾਂ ਬਹੁਤ ਵਾਰੀ ਪੜ੍ਹਦੇ ਕਿਵੇਂ ਲੱਗਦਾ ਹੁੰਦਾ ਵੀ ਉਹ ਜਿਹੜਾ ਫਨਾਹ ਦਾ ਬਿੰਦੂ ਆ, ਜਿਵੇਂ ਉਸ ਤੋਂ ਬੈਠ ਕੇ ਨਾ ਤੁਹਾਡੀ ਗਜ਼ਲ ਐ ਇੱਕ ਰੂਪ ਜਦੋਂ ਲੈਂਦੀ ਆ, ਤੇ ਉਹ ਬਸ ਪੜ੍ਹਨ ਵਾਲੇ ਦੇ ਸੁਣਨ ਵਾਲੇ ਦੇ ਅੰਦਰੋਂ ਵਾਹ ਹੀ ਨਿਕਲਦੀ। ਹਾਂ ਮਤਲਬ ਮੈਂ ਤਾਂ ਉਹਨਾਂ ਕਰ ਵੀ ਨਹੀਂ ਸਕਿਆ ਵੀ ਉਹ ਤਾਂ ਮਤਲਬ ਜਾਣੀ ਕਿ ਉਹ ਕਬੀਰ ਵਰਗੇ ਵੀ ਚੱਲ ਤੱਕ ਟੇਢੇ 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 ਹਨਾ, ਉਹ ਛੋਡੇ ਹੀ ਲਾਉਂਦੇ ਆ ਮਤਲਬ ਜਾਣੀ ਕਿ ਮੈਂ ਤਾਂ ਬਹੁਤ ਪੋਲਾ ਤਸ਼ੱਦਦ, ਪਰ ਕੱਟ ਬਹੁਤ ਗਹਿਰਾ, ਮੈਂ ਤਾਂ ਬਹੁਤ ਪੋਲਾ ਤਸ਼ੱਦਦ ਕਰਦਾ, ਪੋਲਾ ਤੇ ਪਰ ਗਹਿਰਾ ਤੁਰ ਤੱਕ। ਉਹ ਕ੍ਰਾਸਟ ਦੇ ਤੋਂ ਜਦੋਂ ਲੱਗਦੀ ਆ ਉਹ ਚੰਗਾ ਵੀ ਲੱਗਦਾ, ਤੇ ਮੈਨੂੰ ਥੋੜਾ ਜਿਹਾ ਮਤਲਬ ਜਾਣੀ ਕਿਉਂਕਿ ਉਹ ਜਿਹੜੀ ਚੀਜ਼ ਤੇ ਮਤਲਬ ਜਾਣੀ ਮਾਰਦਾ ਚੋਟ ਲੱਗਦੀ ਹੈ, ਜਿਹੜੀ ਚੀਜ਼ ਨੂੰ ਉਹ ਕੰਬਦੀ ਹੈ, ਮਤਲਬ ਜਿਹੜੇ ਚੇਤਨ ਬੰਦਿਆਂ ਨੂੰ ਚੰਗਾ, ਜਿਹੜੇ ਬੰਦੇ ਜਾਗਣਾ ਚਾਹੁੰਦੇ ਆ ਚੰਗਾ ਲੱਗਦਾ, ਹਨਾ। ਜਿਹੜੇ ਬੰਦੇ ਮੇਰੇ ਵਰਗੇ ਮਤਲਬ ਕੁਰਸੀ ਤੇ ਵੀ ਐਂ ਪੈਂਦੇ ਆ
ਉਹਨਾਂ ਨੂੰ ਭੈੜਾ ਵੀ ਲੱਗਦਾ ਹੋਊਗਾ ਹੈਨਾ ਹਾਂ ਵੀ ਇਹ ਤਾਂ ਯਾਰ ਸਾਡੀ ਨੀਂਦ ਦੇ ਵਿੱਚ ਮਤਲਬ ਖਲਲ ਹੈ। ਇਸ ਤਰ੍ਹਾਂ ਵੀ ਮਤਲਬ ਬਹੁਤ ਲੋਕ ਕਾਫੀ ਸਾਰੀ ਕਵਿਤਾ ਹੁਣ ਜਿਹੜੀ ਬਹੁਤ ਪੱਧਰ ਤੇ ਲਿਖੀ ਜਾ ਰਹੀ ਹੈ। ਮੈਂ ਨਹੀਂ ਕਹਿੰਦਾ ਵੀ ਇਹਦੀ ਸਾਰਥਕਤਾ ਹੈ ਨਹੀਂ, ਉਹ ਉਸ ਲੈਵਲ ਤੇ ਮਤਲਬ ਜੇ ਆਪਾਂ ਗੱਲ ਕਰੀਏ ਤਾਂ ਪਦਾਰਥ ਹੈ ਜਿਹੜਾ ਇਹ ਸਾਰਾ ਹੀ ਹੈ ਨਾ ਵੀ ਇੱਕ ਜਕੜ ਹੈ, ਪ੍ਰਕਿਰਤੀ ਵੀ ਇੱਕ ਜਕੜ ਹੈ। ਮਤਲਬ ਐਕਚੁਅਲੀ ਮਾਇਆ ਕਹਿੰਦਾ ਸਾਡਾ ਅਧਿਆਤਮ ਉਹ ਪ੍ਰਕਿਰਤੀ ਹੈ, ਉਹ ਪਦਾਰਥ ਹੈ, ਇਹੀ ਜਿਹੜਾ ਜਿਹਨੂੰ ਅੰਜਨ ਕਹਿੰਦਾ ਜਿਹੜੀ ਕਾਲਖਾ ਉਹ ਇਹੀ ਆ ਹਨਾ। ਤੇ ਉਹ ਪਰਾਂ ਹੈ ਜਿਹੜੀ ਮਤਲਬ ਜਿਹੜਾ ਬੰਨਣ ਹੈ ਉਹ ਵੀ ਪ੍ਰਕਿਰਤੀ ਦੇ ਨਿਯਮਾਂ 'ਚ ਹੀ ਬੰਨਿਆ ਹੋਇਆ ਜਾਨਵਰ, ਤੇ ਜਿੰਨਾ ਚਿਰ ਇਹਦੇ ਜਨਮ 'ਚ ਬੰਨਿਆ ਹੋਇਆ ਉਹਨਾਂ ਚਿਰ ਉਹ ਜਾਨਵਰ ਹੀ ਹੈ। ਇਹ ਜਿਹੜੇ ਮਤਲਬ ਜਿਹੜੀ ਪੰਜ ਆਪਾਂ ਕਹਿੰਦੇ ਵਿਕਾਰ ਜਿਹਨਾਂ ਨੂੰ ਮਤਲਬ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹਨੂੰ ਇਹ ਪੰਜ ਵਿਕਾਰ ਪ੍ਰਕਿਰਤੀ ਦੇ ਮਤਲਬ ਜਾਨੀ ਕਿ ਨਿਯਮ ਹੈ, ਜਾਨਵਰ ਦੀਆਂ ਬਿਰਤੀਆਂ ਹਨਾ ਜੀ। ਤੇ ਜੇ ਮਤਲਬ ਉਹਨਾਂ ਚ ਨਿਯਮਾਂ ਚ ਜਿੰਨਾ ਕੁ ਬੰਦਾ ਬੱਝਿਆ ਹਨਾ ਉਹ ਫਿਰ ਤਾਂਹੀਓ ਸੰਸਾਰ ਨੂੰ ਮਤਲਬ ਕਿਸ ਤਰ੍ਹਾਂ ਕਹਿੰਦੇ ਵੀ ਕਦੇ ਕਹਿੰਦੇ ਝੂਠ ਹੈ, ਕੂੜ ਹੈ, ਕੂੜ ਰਾਜਾ ਕੂੜ ਪ੍ਰਜਾ, ਕਦੇ ਮਤਲਬ ਜਿਹੜੀ ਪਾਣੀ ਦਾ ਬੁੱਧ ਬੁੱਧਾ ਪਿੰਡ ਸੇ ਉਪਜੇ ਨੀਤ ਜਗ ਰਚਨਾ ਐਸੇ ਬਣੀ ਜਾਣ ਰਹੇ ਦੇ ਬੀਤ ਹੈ ਨਾ। ਉਹ ਮਤਲਬ ਇਹਨੂੰ ਸੰਸਾਰ ਨੂੰ ਤੇ ਬਾਹੂ ਵਰਗੇ ਤਾਂ ਇੱਥੋਂ ਤੱਕ ਵੀ ਅੱਧੀ ਲਾਹਣਤ ਦੁਨੀਆ ਤਾਈਂ ਤੇ ਪੂਰੀ ਦੁਨੀਆਦਾਰ ਉਹ ਇਸ ਤਰ੍ਹਾਂ ਦੀਆਂ ਮਤਲਬ ਉਹਨਾਂ ਨੇ ਗੱਲਾਂ ਮਤਲਬ ਇਹ ਜਿਹੜੀ ਪ੍ਰਕਿਰਤੀ ਦੇ ਜਿਹੜੇ ਜਿਹੜੀ ਜੋ ਕਿ ਸਾਨੂੰ ਲੱਗਦਾ ਤਾਂ ਬੜਾ ਜਿਹੜੀ ਪਰ ਅਸਲੀ ਜਿਹੜੀ ਟਰੂਥ ਹੈ ਉਹ ਪਰਾਂ ਦੱਸਿਆ ਸਾਨੂੰ ਜਿਵੇਂ ਉਹ ਪਰਾਂ ਪਿਆ। ਤੇ ਕਵਿਤਾ ਮਤਲਬ ਉਸ ਟਰੂਥ ਉਹ ਜਿਹੜਾ ਫਨਾਹ ਦਾ ਜਿਹੜਾ ਸਾਰਾ ਤੁਸੀਂ ਗੱਲ ਕੀਤੀ ਹੈ ਉਸ ਟਰੂਥ ਵੱਲ ਮਤਲਬ ਜਿਹੜੀ ਇੱਕ ਤਰ੍ਹਾਂ ਦੀ ਤਾਂਘ ਚੋਂ ਹੀ ਗੱਲ ਵੀ ਡੁੱਬਣ ਮਰਨ ਦੀ ਉਸੇ ਚ ਨਿਕਲ ਰਹੀ ਤੇ ਕੋਈ ਐਫਰਟ ਨਾਲ ਜਾਂ ਮਤਲਬ ਕਿਸੇ ਵਿਉਂਤਬੰਦੀ ਨਾਲ ਨਹੀਂ ਨਿਕਲ ਰਹੀ। ਉਹ ਵਾਕਿਆ ਸੱਚੀ ਦੋਨੇ ਸ਼ਬਦ ਮੈਨੂੰ ਬਹੁਤ ਸੋਹਣੇ ਲੱਗੇ। ਜੇ ਬਹੁਤ ਸਾਰੀ ਜਿਹੜੀ ਪੰਜਾਬੀ ਦੀ ਕਵਿਤਾ ਜਾਂ ਹੁਣ ਵੀ ਲਿਖੀ ਜਾ ਰਹੀ ਹੈ ਉਹਦੇ ਚ ਐਫਰਟ ਤੇ ਵਿਉਂਤਬੰਦੀ ਇਹ ਦੋਹਾਂ ਦਾ ਕੰਬੀਨੇਸ਼ਨ ਜਦੋਂ ਕਿਤੇ ਭਾਰੂ ਜ਼ਿਆਦਾ ਹੋਇਆ ਪਾਠਕ ਤੇ ਬਹੁਤ ਬੋਝਲ ਹੋ ਗਈ, ਪਾਠਕ ਉਸ ਤੋਂ ਦੂਰ ਭੱਜਿਆ ਔਰ ਫਿਰ ਮਤਲਬ ਜਿਹੜੀ ਫਿਰ ਉਹ ਗੱਲਾਂ ਕਰਨ ਲੱਗ ਪੈਂਦੇ ਜਦੋਂ ਮਤਲਬ ਦੇਖੋ ਇਸ ਗੱਲ ਬਾਰੇ ਵੀ ਮਤਲਬ ਜਿਹੜੀ ਬਹੁਤ ਸੁਚੇਤ ਰਹਿਣਾ ਪੈਂਦਾ ਵੀ ਤੁਸੀਂ ਆਪਦੇ ਇਮੇਜ 'ਚ ਨਾ ਫਸ ਜਾਓ ਹਨਾ। ਹੁਣ ਜਿਵੇਂ ਵਿਜੇ ਵਿਵੇਕ ਦਾ ਮਤਲਬ ਤੁਸੀਂ ਕਹਿ ਰਹੇ ਮੈਨੂੰ ਲੱਗਦਾ ਵੀ ਡਾਕਟਰ ਲੋਕ ਵੀ ਵਿਜੇ ਵਿਵੇਕ ਨੂੰ ਤਾਂ ਮਤਲਬ ਐ ਮੰਨਦੇ ਆ ਹਨਾ, ਹੋਊਗਾ ਵੀ ਕਿਤੇ ਮਾੜਾ ਮੋਟਾ ਫੁਕਰਾ ਪਾਉਣਾ ਮਤਲਬ, ਪਰ ਇਸ ਗੱਲ ਪ੍ਰਤੀ ਸੁਚੇਤ ਹੋਣਾ ਜੇ ਤੁਸੀਂ ਮਤਲਬ ਇਸ ਗੱਲ ਨੂੰ ਮੰਨ ਲਓ ਸੱਚੀ ਮਿੱਚੀ ਦੀ ਤਾਂ ਫਿਰ ਤਾਂ ਫਸ ਗਏ ਮਤਲਬ ਹਨਾ। ਫਿਰ ਤਾਂ ਤੁਸੀਂ ਆਪਦਾ ਇੱਕ ਇਮੇਜ ਬਣਾ ਲਿਆ ਔਰ ਉਹ ਇਮੇਜ ਕਈ ਵਾਰੀ ਤੁਹਾਡੇ ਨਾਲੋਂ ਬਹੁਤ ਵੱਡਾ ਬਣ ਜਾਂਦਾ ਤੇ ਤੁਹਾਨੂੰ ਮਤਲਬ ਆਪਣੇ ਨਾਲ ਰਿਐਲਿਟੀ ਨਾਲੋਂ ਆਪਣੇ ਸੱਚ ਨਾਲੋਂ ਰਿਐਲਿਟੀ ਤੇ ਟਰੂਥ ਦੋ ਸ਼ਬਦ ਮੈਨੂੰ ਵੀ ਵੱਖਰੇ ਵੱਖਰੀ ਹੈ। ਤੁਹਾਨੂੰ ਆਪਣੇ ਸੱਚ ਨਾਲੋਂ ਮਤਲਬ ਜਿਹੜੀ ਵੱਡਾ ਲੱਗਣ ਲੱਗ ਪੈਂਦਾ ਤਾਂ ਉਹ ਫਿਰ ਬਹੁਤ ਪਿਆਰਾ ਹੋ ਜਾਂਦਾ ਵੀ ਟੁੱਟ ਨਾ ਜਾਵੇ ਹਨਾ। ਜਦ ਤੱਕ ਨਾ ਟੁੱਟੇ ਤਾਂ ਵੀ ਘੱਟੋ ਘੱਟ ਖਰਾਚੀ ਨਾ ਪੈ ਜੇ ਉਹਦੇ ਵਾਸਤੇ ਫਿਰ ਮਤਲਬ ਯਤਨਸ਼ੀਲ ਹੋ ਜਾਂਦਾ ਬੰਦਾ। ਸਾਡੇ ਬਹੁਤ ਸਾਰੇ ਵੱਡੇ ਕਵੀ ਫਿਰ ਕਰਨਾ ਪੈਂਦਾ ਵੀ ਐ ਹੋ ਰਿਹਾ ਮੇਰੀ ਭਾਸ਼ਾ ਨੂੰ, ਉਹ ਹੋ ਰਿਹਾ ਮੇਰੀ ਭਾਸ਼ਾ ਨੂੰ ਮੇਰੇ ਭਾਸ਼ਾ ਅੱਜ ਮਰਦੀ ਆ ਤੇ ਮਤਲਬ ਕੱਲ ਨੂੰ ਮਰਦੀ ਅੱਜ ਮਰ ਜੇ ਮੈਨੂੰ ਕੋਈ ਪਰਵਾਹ ਨਹੀਂ।